ਸਾਡਾ ਲੋਡ ਜਿਹੜਾ ਐਕਸੈਸ ਲੋਡ ਆ ਰਿਹਾ ਇਹ ਇੱਕ ਮੇਨ ਕਾਰਨ ਬਿਜਲੀ ਥੈਫਟ ਦਾ ਵੀ ਹੈ ਕਿ ਇਸ ਸੀਜ਼ਨ ਦੇ ਵਿੱਚ ਚੋਰੀ ਦਾ ਰੁਝਾਨ ਵੱਧ ਜਾਂਦਾ ਲੋਕਾਂ ਦਾ। ਤੇ ਇਹ ਸਿਰਫ ਕੱਟ ਵੱਲ ਨਹੀਂ ਹੈ, ਇਹਦਾ ਅਸਰ ਸਾਨੂੰ ਜਿਹੜੇ ਜੈਨੂਨ ਕੰਜ਼ਿਊਮਰ ਹੈ ਉਹਦੇ ਉੱਪਰ ਵੀ ਪੈ ਰਿਹਾ ਕਿ ਜਿੰਨੀ ਚੋਰੀ ਉਹਨਾਂ ਨੇ ਕਰਨੀ ਹੈ ਉਹਦਾ ਡਿਵਾਈਡ ਟੈਰਿਫ ਦੇ ਵਿੱਚ ਡਿਵਾਈਡ ਹੋ ਕੇ ਮੁੜ ਕੇ ਸਾਰਿਆਂ ਦੇ ਉੱਪਰ ਟੈਰਿਫ ਦਾ ਬੋਝ ਪੈਂਦਾ ਹੈ। ਕਿ ਜਦੋਂ ਕਦੀ ਪਾਵਰ ਕੱਟ ਲੱਗੇ ਜਾਂ ਵੈਸੇ ਫੀਡਰ ਬੰਦ ਹੋਵੇ, ਲਾਈਟ ਬੰਦ ਹੁੰਦੀ ਹੈ ਤਾਂ ਆਪਣੇ ਗੈਜਟਸ ਘਰ ਦੇ ਜਿਹੜੇ ਹੈ ਏਸੀ ਵਗੈਰਾ ਹਾਈ ਕੰਜ਼ੰਪਸ਼ਨ ਵਾਲੇ ਗੈਜਟਸ ਆ ਉਹ ਬੰਦ ਕਰ ਦਿਓ। ਉਹਦੇ ਨਾਲ ਉਹਦਾ ਇਹ ਫਾਇਦਾ ਹੁੰਦਾ ਹੈ ਕਿ ਜਦੋਂ ਜੇ ਬੰਦ ਹੋਣਗੇ, ਜਦੋਂ ਫੀਡਰ ਔਨ ਹੋਣਾ ਤਾਂ ਲੋਡ ਇੱਕੋਦਮ ਥੋੜਾ ਆਏਗਾ ਫੀਡਰ ਤੇ। ਜਦੋਂ ਜੇ ਸਾਰੇ ਗੈਜਟ ਤੁਹਾਡੇ ਔਨ ਹੈਗੇ ਆ ਤੇ ਲਾਈਟ ਇੱਕੋਦਮ ਚਲੀ ਗਈ, ਫਿਰ ਜਦੋਂ ਫੀਡਰ ਔਨ ਹੋਣਾ ਤਾਂ ਸਾਰੇ ਗੈਜਟ ਨਾਲ ਹੀ ਔਨ ਹੋ ਜਾਂਦੇ ਆ। ਉਹ ਜਰਕ ਲੋਡ ਆਉਂਦਾ ਸਿਸਟਮ ਦੇ ਉੱਪਰ, ਬਹੁਤ ਹੈਵੀ ਲੋਡ ਆਉਂਦਾ। ਉਹ ਜਰਕ ਲੋਡ ਦੇ ਨਾਲ ਜੋ ਵੀ ਵੀਕ ਸਪੌਟ ਹੈਗੇ ਆ ਉਹ ਸਾਰੇ, ਕੋਈ ਕੇਬਲ ਹੋਊਗੀ, ਕੋਈ ਟਰਾਂਸਫਾਰਮਰ ਹੋਊਗਾ, ਉਹ ਸੜੇਗਾ, ਉਹ ਡੈਮੇਜ ਹੋਏਗਾ, ਜਿਹਦੇ ਨਾਲ ਕੋਈ ਫਿਊਜ਼ ਉੱਡ ਜਾਏਗਾ ਕਿਸੇ ਦਾ, ਜਿਹਦੇ ਨਾਲ ਫਿਰ ਤੁਹਾਡੀ ਤੰਗੀ ਹੋ ਜੂ, ਫਿਰ ਲਾਈਟ ਚਲੀ ਜਾਊਗੀ। देखो ਹੁਣ ਦੇਖੋ ਲਾਈਨ 'ਚ ਫਾਲਟ ਸੀਗਾ ਕਿਤੇ ਨਾ ਕਿਤੇ, ਇਹ ਟ੍ਰਿਪਿੰਗ ਹੋ ਗਈ, ਹੋਲਡ ਨਹੀਂ ਹੋਇਆ। ਉਹਦਾ ਦੂਜਾ ਰੀਜ਼ਨ ਇਹ ਮੇਨ ਆ ਜਾਂਦਾ ਕਿ ਅਨਡਿਕਲੇਅਰਡ ਲੋਡ। ਲੋਕ ਭਾਵੇਂ ਸ਼ਹਿਰੀ ਹੈਗੇ ਆ, ਸ਼ਹਿਰੀ ਲੋਡ ਹਰ ਜੋ ਪਿਛਲੇ ਸਾਲ ਏਸੀ ਸੀਗੇ ਲੱਗੇ ਐਤਕੀ ਹੋਰ ਜ਼ਿਆਦਾ ਲਾ ਲਏ ਲੋਕਾਂ ਨੇ। ਮੋਸਟਲੀ ਲੋਕ ਡਿਕਲੇਅਰ ਨਹੀਂ ਕਰਦੇ, ਸੈਂਕਸ਼ਨ ਨਹੀਂ ਕਰਵਾਉਂਦੇ। ਇਸੇ ਤਰ੍ਹਾਂ ਨਾਲ ਏਪੀ ਦਾ ਲੋਡ ਆ ਜਿਹੜਾ, ਉਹ ਮੋਟਰਾਂ ਜਿੱਦਾਂ ਪਾਣੀ ਨੀਚੇ ਜਾਈ ਜਾਂਦਾ ਬਿਨਾਂ ਦੱਸਿਆ ਮੋਟਰਾਂ ਵੱਡੀਆਂ ਕਰ ਲੈਂਦੇ ਆ, ਉਹ ਡਿਕਲੇਅਰ ਨਹੀਂ ਕਰਦੇ। ਉਹਦੇ ਨਾਲ ਟਰਾਂਸਫਾਰਮਰ ਤੇ ਲੋਡ ਪੈਂਦਾ, ਟਰਾਂਸਫਾਰਮਰ ਸੜਦੇ ਆ, ਸਿਸਟਮ ਸੜਦਾ। ਗਰਮੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਲੋਕਾਂ ਦੇ ਵਿੱਚ ਹਾਏ ਤੌਬਾ ਸ਼ੁਰੂ ਹੋ ਜਾਂਦੀ ਹੈ। ਇਸ ਦੌਰਾਨ ਜਿੱਥੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪੈਂਦਾ ਹੈ, ਉੱਥੇ ਹੀ ਲੋਕ ਬਿਜਲੀ ਕੱਟਾਂ ਤੋਂ ਕਾਫੀ ਪਰੇਸ਼ਾਨ ਨਜ਼ਰ ਆਉਂਦੇ ਨੇ। ਲੋਕ ਇੰਨੇ ਪਰੇਸ਼ਾਨ ਹੋ ਜਾਂਦੇ ਨੇ ਕਿ ਇਸ ਦੌਰਾਨ ਉਹ ਬਿਜਲੀ ਗ੍ਰਿਡ ਘੇਰਦੇ ਨੇ, ਬਿਜਲੀ ਕਾਮਿਆਂ ਤੱਕ ਦਾ ਵਿਰੋਧ ਕਰਦੇ ਨੇ। ਪਰ ਕਦੇ ਇਹ ਸੋਚਿਆ ਕਿ ਇਹ ਪਾਵਰ ਕੱਟ ਲੱਗਦੇ ਕਿਉਂ ਨੇ? ਇਹਨਾਂ ਪਾਵਰ ਕੱਟਾਂ ਲਈ ਕਦੇ ਸੋਚਿਆ ਕਿ ਆਖਰ ਜ਼ਿੰਮੇਦਾਰ ਕੌਣ ਹੈ? ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਪਾਵਰ ਕੱਟ ਲਗਾ ਕੇ ਬਿਜਲੀ ਵਿਭਾਗ ਨੂੰ ਕੀ ਮਿਲਦਾ ਹੈ। ਜੇ ਲੋਕ ਗਹਿਰਾਈ ਨਾਲ ਇਸ ਤੇ ਵਿਚਾਰ ਕਰਨ ਤਾਂ ਸਾਹਮਣੇ ਆਉਂਦਾ ਹੈ ਕਿ ਉਸ ਲਈ ਜ਼ਿੰਮੇਦਾਰ ਅਸੀਂ ਖੁਦ ਹਾਂ। ਕਾਰਨ ਹੈ ਬਿਜਲੀ ਦਾ ਵੱਧ ਰਿਹਾ ਲੋਡ। ਦਿਨੋਂ ਦਿਨ ਬਿਜਲੀ ਦਾ ਲੋਡ ਇੰਨਾ ਵੱਧ ਰਿਹਾ ਹੈ ਕਿ ਪਾਵਰ ਕੱਟ ਲਾਉਣਾ ਬਿਜਲੀ ਵਿਭਾਗ ਦੀ ਮਜਬੂਰੀ ਬਣਨ ਲੱਗਾ ਹੈ। ਬਿਜਲੀ ਮਹਿਕਮੇ ਦਾ ਵਿਰੋਧ ਕਰਨ ਵਾਲੇ ਲੋਕ ਇਹ ਨਹੀਂ ਸੋਚਦੇ ਕਿ ਜੋ ਬਿਜਲੀ ਦਾ ਲੋਡ ਅਸੀਂ ਆਪਣੇ ਘਰ ਵਿੱਚ ਵਧਾ ਰਹੇ ਹਾਂ, ਕੀ ਅਸੀਂ ਉਸ ਬਾਰੇ ਜਾਣਕਾਰੀ ਬਿਜਲੀ ਮਹਿਕਮੇ ਨੂੰ ਦਿੱਤੀ ਹੈ? ਜੇ ਨਹੀਂ ਤਾਂ ਕਿਉਂ? ਜੇਕਰ ਤੁਸੀਂ ਉਹਨਾਂ ਨੂੰ ਜਾਣਕਾਰੀ ਨਹੀਂ ਦਿਓਗੇ ਤਾਂ ਇਹ ਬਿਜਲੀ ਕੱਟ ਲੱਗਦੇ ਰਹਿਣਗੇ। ਉੱਥੇ ਜਦੋਂ ਇਸ ਬਾਬਤ ਚੀਫ ਇੰਜੀਨੀਅਰ ਜਨਿੰਦਰ ਦਾਨੀਆ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਸੀ। ਉਹਨਾਂ ਦਾ ਕਹਿਣਾ ਹੈ ਕਿ ਲੋਕ ਅਕਸਰ ਘਰਾਂ ਦੇ ਵਿੱਚ ਲੋਡ ਵਧਾ ਲੈਂਦੇ ਨੇ, ਪਰ ਸਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾਂਦੀ। ਇਹੀ ਕਾਰਨ ਹੈ ਕਿ ਬਿਜਲੀ ਦਾ ਲੋਡ ਜਦੋਂ ਵੱਧਦਾ ਹੈ ਤਾਂ ਸਾਨੂੰ ਮਜਬੂਰਨ ਪਾਵਰ ਕੱਟ ਲਗਾਉਣੇ ਪੈਂਦੇ ਨੇ। ਇੱਥੇ ਹੁਣ ਇਹੀ ਕਹਿਣਾ ਹੋਵੇਗਾ ਕਿ ਲੋੜ ਇਸ ਗੱਲ ਦੀ ਹੈ ਕਿ ਜੇਕਰ ਅਸੀਂ ਆਪਣੇ ਘਰਾਂ ਦੇ ਵਿੱਚ ਲੋਡ ਵਧਾਉਂਦੇ ਹਾਂ ਤਾਂ ਸਾਨੂੰ ਬਿਜਲੀ ਮਹਿਕਮੇ ਨੂੰ ਇਸ ਬਾਰੇ ਜਾਣਕਾਰੀ ਜ਼ਰੂਰ ਦੇਣੀ ਚਾਹੀਦੀ ਹੈ, ਤਾਂ ਹੀ ਇਹਨਾਂ ਪਾਵਰ ਕੱਟਾਂ ਤੋਂ ਆਉਣ ਵਾਲੇ ਸਮੇਂ 'ਚ ਨਿਜਾਤ ਪਾਈ ਜਾ ਸਕਦੀ ਹੈ। ਇਹਦੇ ਕਾਰਨ ਕਈ ਇਕੱਠੇ ਹੋ ਗਏ ਸੀਗੇ। ਇੱਕ ਤਾਂ ਮੇਨ ਕਾਰਨ ਪਹਿਲਾਂ ਤਾਂ ਮੌਸਮ ਦਾ ਹੋ ਗਿਆ। ਆਪਣੀ ਪੈਡੀ ਸੀਜ਼ਨ ਅਸੀਂ 10 ਜੂਨ ਤੋਂ ਸਪੈਸੀਫਾਈਡ ਹੈਗਾ, ਉਹ ਐਂਟੀਸਪੇਸ਼ਨ ਹੁੰਦੀ ਹੈ ਕਿ 10 ਜੂਨ ਤੋਂ ਆਪਣੀ ਬਾਰਿਸ਼ਾਂ ਸ਼ੁਰੂ ਹੋ ਜਾਂਦੀਆਂ, ਮੌਨਸੂਨ ਸ਼ੁਰੂ ਹੋ ਜਾਂਦਾ, ਜਿਹੜਾ ਕਿ ਐਤਕੀ ਤਕਰੀਬਨ 1 ਮਹੀਨਾ ਡਿਲੇ ਹੋ ਗਿਆ, ਬਾਰਿਸ਼ ਆਈ ਨਹੀਂ। ਉਹਦੇ ਕਰਕੇ ਡਰਾਈ ਸਪੈਲ ਐਡਾ ਲੰਬਾ ਹੋ ਗਿਆ, ਜਿਹਦੇ ਨਾਲ ਬਾਰਿਸ਼ ਦੀ ਜੋ ਸਪੋਰਟ ਸਾਨੂੰ ਮਿਲਣੀ ਸੀ ਪੈਡੀ ਸੀਜ਼ਨ ਦੇ ਲਈ ਉਹ ਡਿਲੇ ਹੋ ਗਈ। ਪੈਡੀ ਸੋਇੰਗ ਸ਼ੁਰੂ ਹੋ ਗਈ ਤੇ ਖੇਤਾਂ ਨੂੰ ਪਾਣੀ 8 ਘੰਟੇ ਚਾਹੀਦਾ ਸੋਇੰਗ ਦੇ ਵਿੱਚ, ਜਿਹੜਾ ਕਿ ਬਹੁਤ ਜ਼ਿਆਦਾ ਲੋਡ ਹੁੰਦਾ ਸੋਇੰਗ ਸੀਜ਼ਨ ਦੇ ਵਿੱਚ। ਪੈਡੀ ਦਾ ਲੋਡ ਬਹੁਤ ਹੈ ਤੇ ਉਸ ਨੂੰ ਕੈਟਰ ਕਰਨ ਦੇ ਲਈ ਸਾਡੇ ਸਾਰੇ ਰਿਸੋਰਸਿਸ ਪਾ ਕੇ ਵੀ ਸਾਡਾ ਸ਼ਾਰਟਫਾਲ ਹੋ ਗਿਆ। ਉਹਦਾ ਦੂਜਾ ਰੀਜ਼ਨ ਇਹ ਮੇਨ ਆ ਜਾਂਦਾ ਕਿ ਅਨਡਿਕਲੇਅਰਡ ਲੋਡ। ਲੋਕ ਭਾਵੇਂ ਸ਼ਹਿਰੀ ਹੈਗੇ ਆ, ਸ਼ਹਿਰੀ ਲੋਡ ਹਰ ਜੋ ਪਿਛਲੇ ਸਾਲ ਏਸੀ ਸੀਗੇ ਲੱਗੇ ਐਤਕੀ ਹੋਰ ਜ਼ਿਆਦਾ ਲਾ ਲਏ ਲੋਕਾਂ ਨੇ। ਮੋਸਟਲੀ ਲੋਕ ਡਿਕਲੇਅਰ ਨਹੀਂ ਕਰਦੇ, ਸੈਂਕਸ਼ਨ ਨਹੀਂ ਕਰਵਾਉਂਦੇ। ਇਸੇ ਤਰ੍ਹਾਂ ਨਾਲ ਏਪੀ ਦਾ ਲੋਡ ਆ ਜਿਹੜਾ, ਉਹ ਮੋਟਰਾਂ ਜਿੱਦਾਂ ਪਾਣੀ ਨੀਚੇ ਜਾਈ ਜਾਂਦਾ ਬਿਨਾਂ ਦੱਸਿਆ ਮੋਟਰਾਂ ਵੱਡੀਆਂ ਕਰ ਲੈਂਦੇ ਆ, ਉਹ ਡਿਕਲੇਅਰ ਨਹੀਂ ਕਰਦੇ। ਉਹਦੇ ਨਾਲ ਟਰਾਂਸਫਾਰਮਰ ਤੇ ਲੋਡ ਪੈਂਦਾ, ਟਰਾਂਸਫਾਰਮਰ ਸੜਦੇ ਆ, ਸਿਸਟਮ ਸੜਦਾ, ਕੇਬਲਾਂ ਸੜਦੀਆਂ, ਸਾਰਾ ਸਿਸਟਮ ਓਵਰਲੋਡ ਹੁੰਦਾ। ਉਹਦੇ ਨਾਲ ਕੰਪਲੇਂਟਸ ਬਹੁਤ ਵੱਧਦੀਆਂ। ਓਵਰਆਲ ਜਿਹੜੀ ਹੈ ਡਰੋਲ ਵੱਧ ਜਾਂਦੀ ਹੈ। ਡਰੋਲ ਵਧਣ ਨੂੰ ਫਿਰ ਉਹਨੂੰ ਰੋਕਣ ਦੇ ਲਈ ਇੱਕ ਲਿਮਿਟ ਤੱਕ ਅਸੀਂ ਡਰੋਲ ਕਰ ਸਕਦੇ ਹਾਂ। ਜੋ ਸਾਡਾ ਸਾਰਾ ਨੈਟਵਰਕ ਹੈਗਾ ਨਾਰਥਰਨ ਰੀਜਨ ਦਾ ਇਕੱਠਾ ਇੰਟੈਗਰੇਟਿਡ ਹੈਗਾ। ਸਾਡੇ ਦੋ ਸੋਰਸ ਹੈਗੇ, ਇੱਕ ਤਾਂ ਜੋ ਇਨ ਹਾਊਸ ਸਾਡੀ ਸਟੇਟ ਦੀ ਜਨਰੇਸ਼ਨ ਹੈ, ਇੱਕ ਹੈਗੀ ਹੈ ਜੋ ਅਸੀਂ ਬਾਹਰੋਂ ਲੈਂਦੇ ਹਾਂ।
ਜਿਹੜੀ ਬਾਹਰੋਂ ਲੈਂਦੇ ਆ ਉਹਦੀ ਇੱਕ ਲਿਮਿਟ ਫਿਕਸ ਕੀਤੀ ਹੁੰਦੀ ਹੈ ਇੰਟੈਗ੍ਰੇਟਿਡ ਸਿਸਟਮ ਕਰਕੇ, ਉਸ ਤੋਂ ਵੱਧ ਅਸੀਂ ਡਰਾ ਨਹੀਂ ਕਰ ਸਕਦੇ। ਜਦੋਂ ਬਿਲਕੁਲ ਹੀ ਆਊਟ ਆਫ ਕੰਟਰੋਲ ਹੋ ਰਿਹਾ ਸੀ, ਡਰਾਈ ਸਪੈਲ ਬਹੁਤ ਲੰਬਾ ਸੀ, ਡਰੋਲ ਬਹੁਤ ਮੈਕਸਿਮਮ ਕਰ ਲਈ ਸੀ। ਇਨ ਬਿਟਵੀਨ ਸਾਡੇ ਮਕੈਨੀਕਲ ਸਿਸਟਮ ਹੈਗਾ ਸਾਰਾ, ਜਿਹੜੇ ਥਰਮਲ ਪਲਾਂਟ ਹੈ ਉਹਨਾਂ ਦੇ ਤਲਵੰਡੀ ਸਾਬੋ ਦੇ ਯੂਨਿਟ ਆਊਟ ਹੋ ਗਏ, ਉਹ ਫਾਲਟੀ ਹੋ ਗਏ, 3 ਯੂਨਿਟ ਬੰਦ ਹੋ ਗਏ। ਉਹਦੇ ਨਾਲ ਜਨਰੇਸ਼ਨ 2000 ਮੈਗਾਵਾਟ ਉਹ ਵੀ ਘਟ ਗਈ ਇੱਕੋਦਮ, ਉਹ ਵੀ ਸਾਡੇ ਤੇ ਇੱਕੋਦਮ ਬਰਡਨ ਆ ਗਿਆ। ਇਸੇ ਸਾਰੇ ਡਰਾਈ ਸਪੈਲ ਦੇ ਵਿੱਚ ਉਧਰੋਂ ਮੌਸਮ ਦਾ ਅਸਰ, ਉਧਰੋਂ ਥਰਮਲ ਦੇ ਇਨ ਹਾਊਸ ਜਨਰੇਸ਼ਨ ਘਟ ਗਈ। ਬਾਹਰੋਂ ਜਿੰਨੀ ਲੈ ਸਕਦੇ ਸੀ ਉਸ ਤੋਂ ਵੱਧ ਲੈ ਰਹੇ ਸੀ, ਉਸ ਤੋਂ ਹੋਰ ਅੱਗੇ ਜਾ ਨਹੀਂ ਸਕਦੇ। ਉਸ ਤੋਂ ਅੱਗੇ ਜਾਵਾਂਗੇ ਤਾਂ ਟ੍ਰਿਪ ਹੋ ਜਾਂਦਾ, ਪੂਰਾ ਨਾਰਦਰਨ ਗ੍ਰਿਡ ਟ੍ਰਿਪ ਹੋ ਸਕਦਾ ਸੀ, ਤੇ ਇਸ ਲਈ ਉਹ ਲਿਮਿਟ ਹੈਗੀ, ਉਸ ਤੋਂ ਕ੍ਰਾਸ ਨਹੀਂ ਸੀ ਕਰ ਸਕਦੇ। ਉਹ ਸਾਰੇ ਕੰਸਟ੍ਰੇਂਟਸ ਕਰਕੇ ਫਿਰ ਸਾਨੂੰ ਅਨਪ੍ਰੈਜ਼ੀਡੈਂਟਡ ਕੱਟਸ ਲਗਾਉਣੇ ਪਏ, ਕਿਉਂਕਿ ਏਪੀ ਨੂੰ ਅਸੀਂ ਸਪਲਾਈ ਪੂਰੀ ਦੇਣੀ ਸੀਗੀ। 8 ਘੰਟੇ ਸੋਇੰਗ ਸੀਜ਼ਨ ਹੈ ਸਾਡਾ, ਕਿਸਾਨੀ ਮੇਨ ਹੈਗਾ ਪੰਜਾਬ ਦਾ, ਉਹਨੂੰ ਬਚਾਉਣ ਲਈ ਫਿਰ ਸ਼ਹਿਰਾਂ ਤੇ ਵੀ ਕੱਟ ਲਾਣੀ ਪਈ ਸਾਨੂੰ, ਰੈਜ਼ੀਡੈਂਸ ਤੇ ਵੀ, ਸਾਨੂੰ ਇੰਡਸਟਰੀ ਦੇ ਕੱਟ ਲਾਣੀ ਵੀ ਥੋੜੇ ਟਾਈਮ ਦੇ ਲਈ। ਰੈਗੂਲਰ ਅਸੀਂ ਮੋਨੀਟਰਿੰਗ ਕਰਦੇ ਹਾਂ ਸਾਡੇ ਗ੍ਰਿਡਾਂ ਦੇ ਉੱਪਰ ਜਿਹੜੇ ਫੀਡਰ ਚੱਲਦੇ ਆ 11 kV, ਜਿੱਥੋਂ ਸਾਡੀ ਘਰਾਂ ਤੱਕ ਸਪਲਾਈ ਆ ਰਹੀ ਹੈ, ਖੇਤਾਂ ਤੱਕ ਜਾ ਰਹੀ ਹੈ, ਹਰ ਐਸਟੈਬਲਿਸ਼ਮੈਂਟ ਨੂੰ ਮਿਲ ਰਹੀ ਹੈ। ਉਹ ਸਾਰੇ ਜਿੱਥੋਂ ਵੀ ਫੀਡਰ ਚੱਲਦੇ ਪਏ ਆ, ਸਾਡੇ ਗ੍ਰਿਡ ਸਬ ਸਟੇਸ਼ਨਾਂ ਦੇ ਉੱਪਰ ਮੀਟਰ ਲੱਗੇ ਹੋਏ ਆ, એનર્ਜੀ ਮੀਟਰ, ਉਹਨਾਂ ਦੇ ਉੱਪਰ ਮੈਕਸਿਮਮ ਡਿਮਾਂਡ ਇੱਕ ਹੁੰਦੀ ਹੈ, ਉਹ ਰਿਕਾਰਡ ਹੁੰਦੀ ਰਹਿੰਦੀ ਹੈ। ਜਿੱਥੋਂ ਸਾਨੂੰ ਪਤਾ ਲੱਗਦਾ ਰਹਿੰਦਾ ਕਿ ਇਹ ਇੱਥੇ ਓਵਰਲੋਡਿੰਗ ਹੋ ਗਈ, ਪਿਛਲੇ ਸਾਲ ਨਾਲੋਂ ਐਬਨੋਰਮਲੀ ਜ਼ਿਆਦਾ ਹੋ ਰਹੀ ਹੈ ਲੋਡਿੰਗ, ਜਿੰਨਾ ਐਂਟੀਸਪੇਟ ਕੀਤਾ ਸੀ ਉਸ ਤੋਂ ਵੀ ਜ਼ਿਆਦਾ ਲੋਡਿੰਗ ਆ ਗਈ ਹੈ। ਉਹ ਸਾਡੇ ਕੋਲ ਬਿਲਕੁਲ ਸੀਜ਼ਨ ਦੇ ਵਿੱਚ ਜਦੋਂ ਪੀਕ ਲੋਡ ਆਉਂਦਾ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਓਵਰਲੋਡਿੰਗ ਹੋ ਗਈ ਹੈ ਇਸ ਫੀਡਰ ਦੇ। ਉਹ ਫੀਡਰ ਅਸੀਂ ਆਇਡੈਂਟੀਫਾਈ ਕਰ ਲਈਦੇ ਆ। ਫਿਰ ਉਸ ਤੋਂ ਬਾਅਦ ਜਿਹੜੇ ਡਿਸਟ੍ਰੀਬਿਊਸ਼ਨ ਟਰਾਂਸਫਾਰਮਰ ਹੈ ਉਹਨਾਂ ਨੂੰ ਆਇਡੈਂਟੀਫਾਈ ਕਰ ਲਈਦਾ ਕਿ ਜਿਨ੍ਹਾਂ ਦੇ ਉੱਪਰ ਜ਼ਿਆਦਾ ਲੋਡ ਆ ਗਿਆ, ਜਿਨ੍ਹਾਂ ਦੇ ਫਾਲਟ ਜ਼ਿਆਦਾ ਪੈ ਰਹੇ ਹੈ, ਉਹ ਸਾਰਾ ਐਨਾਲਿਸਿਸ ਅਸੀਂ ਨਾਲ ਕਰਕੇ ਤੇ ਨਾਲ ਹੀ ਜੋ ਰੈਕਟੀਫਿਕੇਸ਼ਨ ਹੋ ਸਕਦੀ ਹੈ ਉਹ ਕਰਨੀ ਸ਼ੁਰੂ ਕਰ ਦਿੰਦੇ ਆ। ਜਿੱਥੇ ਕੋਈ ਆਗਮੈਂਟੇਸ਼ਨ ਦੀ ਲੋੜ ਹੈ, ਕਿ ਡੀਲੋਡਿੰਗ ਦੀ ਲੋੜ ਹੈਗੀ ਆ, ਕੋਈ ਹੋਰ ਕੰਡਕਟਰ ਵੱਡਾ ਕਰਨਾ, ਕੋਈ ਟਰਾਂਸਫਾਰਮਰ ਵੱਡਾ ਕਰਨਾ, ਉਹ ਨਾਲ ਹੀ ਪਲੈਨਿੰਗ ਕਰਕੇ ਨਾਲ ਹੀ ਐਗਜ਼ੀਕਿਊਸ਼ਨ ਸ਼ੁਰੂ ਹੋ ਜਾਂਦੀ ਹੈ। ਇਸ ਵੇਲੇ ਵੀ ਮਤਲਬ ਜੋ ਸਾਨੂੰ ਜਿੰਨੀ ਕੁ ਓਵਰਲੋਡਿੰਗ ਮਿਲੀ ਸੀਗੀ, ਟਰਾਂਸਫਾਰਮਰ ਨੂੰ ਅਸੀਂ ਡੀਲੋਡ ਕਰਨਾ ਸ਼ੁਰੂ ਕਰਤਾ ਨਾਲ ਹੀ। ਦੇਖੋ ਇਹ ਕੋਈ ਸਪੈਸੀਫਾਈਡ ਨਹੀਂ ਹੈ, ਕਿਤੇ 1.25 ਗੁਣਾ 1.5 ਗੁਣਾ ਵੀ ਹੋ ਜਾਂਦਾ, ਕਿਤੇ ਵੱਧ ਬਹੁਤ ਜ਼ਿਆਦਾ। ਕਿਉਂਕਿ ਸ਼ਹਿਰੀ ਏਰੀਆ, ਕਿਤੇ ਪੌਸ਼ ਏਰੀਆ, ਉੱਥੇ ਏਸੀ ਲੋਡ ਬਹੁਤ ਜ਼ਿਆਦਾ ਗਰੋ ਕਰ ਜਾਂਦਾ, ਕਿਤੇ ਡਾਊਨ ਟਾਊਨ ਏਰੀਆ ਥੋੜ੍ਹਾ ਜਿਹਾ ਘੱਟ, ਉੱਥੇ ਲੋਡ ਗਰੋਥ ਹੁੰਦੀ ਹੈ। ਇਹ ਏਰੀਆ ਟੂ ਏਰੀਆ ਵੇਰੀ ਕਰਦਾ। ਇੱਦਾਂ ਹੀ ਏਪੀ ਦਾ ਲੋਡ ਵੀ ਹੈ, ਉਹਦੇ 'ਚ ਵੀ ਮੋਟਰਾਂ ਪਾਣੀ ਖਿੱਚਣੋਂ ਹਟ ਜਾਂਦੀਆਂ ਤਾਂ ਮੋਟਰਾਂ ਵੱਡੀਆਂ ਕਰ ਲੈਂਦੇ ਆ। ਉਹਦੇ 'ਚ ਜੇ ਸਾਰੇ ਖਪਤਕਾਰ ਆਪਣਾ ਲੋਡ ਵਧਾਉਣ ਵੇਲੇ ਨਾਲ ਦੇ ਨਾਲ ਇੰਟੀਮੇਟ ਕਰ ਦੇਣ, ਸਾਡੇ ਸਿਸਟਮ ਸਾਨੂੰ ਜਾਣਕਾਰੀ ਦੇ ਦੇਣ, ਆਪਣੇ ਲੋਡ ਇਨਕਰੀਜ਼ ਕਰਾ ਲੈਣ, ਤਾਂ ਅਸੀਂ ਉਹਦੇ ਨਾਲ ਹੀ ਆਪਣਾ ਸਿਸਟਮ ਆਗਮੈਂਟੇਸ਼ਨ ਉਸੇ ਵੇਲੇ ਸ਼ੁਰੂ ਕਰ ਦਈਏ। ਉਸੇ ਵੇਲੇ ਪਲੈਨਿੰਗ ਸਾਰੀ ਨਾਲ ਹੀ ਬਣ ਜਾਵੇ ਕਿ ਸਾਡਾ ਇੰਨਾ ਲੋਡ ਅਗਲੇ ਸਾਲ ਕੈਟਰ ਹੋਣਾ, ਤਾਂ ਉਸ ਹਿਸਾਬ ਨਾਲ ਹੋਰ ਵਧੀਆ ਪਲੈਨਿੰਗ ਕਰਕੇ ਅਸੀਂ ਚੱਲ ਸਕਦੇ ਹਾਂ। ਲੇਕਿਨ ਜਿਹੜਾ ਅਨਡਿਕਲੇਅਰਡ ਲੋਡ ਹੈ, ਜੇ ਨਹੀਂ ਡਿਕਲੇਅਰ ਕਰਦੇ ਫਿਰ ਆਪਾਂ ਸਾਰੇ ਇੱਕੋ ਦਮ ਇੱਦਾਂ ਦੇ ਕ੍ਰਾਈਸਿਸ ਦੇ ਵਿੱਚ ਫਸ ਜਾਂਦੇ, ਜਿਵੇਂ ਐਤਕੀ ਵੀ ਦੇਖਿਆ। ਤੇ ਉੱਪਰੋਂ ਮੌਸਮ ਨੇ ਸਾਨੂੰ ਧੋਖਾ ਦਿੱਤਾ, ਉੱਧਰੋਂ ਸਾਡੇ ਟੈਕਨੀਕਲ ਸਨੈਗ ਆ ਗਿਆ ਥਰਮਲ ਪਲਾਂਟਸ ਦੇ ਵਿੱਚ, ਤੇ ਉਹ ਸਾਰੀਆਂ ਗੱਲਾਂ ਨੇ ਇੱਕੋਦਮ ਅਸਰ ਦਿਖਾਇਆ ਤੇ ਸਾਨੂੰ ਇੰਨੇ ਕ੍ਰਾਈਸਿਸ ਦੇ ਵਿੱਚ ਹਫ਼ਤਾ 10 ਦਿਨ ਰਹਿਣਾ ਪਿਆ। ਇਸ ਵੇਲੇ ਵੀ ਚੈਕਿੰਗ ਚੱਲ ਰਹੀ ਹੈ, ਨਾਲ ਚੈਕਿੰਗ ਕਰਾਉਂਦੇ ਆ ਤਾਂ ਕਿ ਓਵਰਲੋਡਿੰਗ ਵਾਲਾ ਅਸੀਂ ਡਿਟੈਕਟ ਕਰਦੇ ਰਹੀਏ। ਉਹਦੇ 'ਚ ਫਿਰ ਡਿਟੈਕਟ ਕਰਦੇ ਤਾਂ ਪੈਨਲਟੀਆਂ ਵੀ ਪਾਈ ਦੀਆਂ ਉਹਨਾਂ ਨੂੰ, ਕੰਜ਼ਿਊਮਰਸ ਨੂੰ। ਤੇ ਮੈਂ ਅਪੀਲ ਕਰਾਂਗਾ ਕੰਜ਼ਿਊਮਰਸ ਪੈਨਲਟੀਆਂ ਤੋਂ ਬਚਣ, ਸਿਸਟਮ ਸਾਡਾ ਬਚਾਉਣ, ਕਿ ਸਿਸਟਮ ਓਵਰਲੋਡ ਨਾ ਹੋਵੇ। ਤਾਂ ਉਹਨਾਂ ਨੂੰ ਤਕਲੀਫ ਉਹਨਾਂ ਨੂੰ ਵੀ ਹੁੰਦੀ ਹੈ ਜਦੋਂ ਅਸੀਂ ਕੱਟ ਲਾਉਂਦੇ ਹਾਂ, ਜੈਨੂਨ ਕੰਜ਼ਿਊਮਰ ਵੀ ਪਰੇਸ਼ਾਨ ਹੋ ਰਿਹਾ। ਤਾਂ ਇਸ ਲਈ ਸਾਰਿਆਂ ਨੂੰ ਅਪੀਲ ਮੈਂ ਕਰਨਾ ਚਾਹਾਂਗਾ ਕਿ ਵੀ ਆਪਣਾ ਲੋਡ ਟਾਈਮ ਸਿਰ ਵਧਾਉਣ, ਡਿਕਲੇਅਰ ਕਰਨ, ਤਾਂ ਕਿ ਅਸੀਂ ਸਿਸਟਮ ਆਗਮੈਂਟੇਸ਼ਨ ਹੋ ਸਕੇ, ਸਿਸਟਮ ਸੁਧਾਰ ਹੋ ਸਕੇ, ਤਾਂ ਆਪਾਂ ਨੂੰ ਗਰਮੀਆਂ ਦੇ ਵਿੱਚ ਪਰੇਸ਼ਾਨੀ ਨਾ ਸਹਿਣੀ ਪਵੇ। ਅਸੀਂ ਓਵਰਲੋਡਿੰਗ ਦੇ ਉੱਪਰ ਸਿਸਟਮ ਨੂੰ ਕੰਟੀਨਿਊਸਲੀ ਨਹੀਂ ਰਨ ਕਰ ਸਕਦੇ। ਰਨ ਕਰਾਂਗੇ ਤਾਂ ਬ੍ਰੇਕਡਾਊਨਸ ਹੋ ਜਾਣਗੇ, ਟੁੱਟੇ ਜੇ ਕੰਡਕਟਰ ਸੜੇਗਾ, ਟੁੱਟੇਗਾ, ਕੇਬਲਾਂ ਸੜਨਗੀਆਂ, ਟਰਾਂਸਫਾਰਮਰ ਸੜ ਜਾਣਗੇ। ਉਸ ਨੂੰ ਬਚਾਉਣ ਦੇ ਲਈ ਤੇ ਪਿੱਛੋਂ ਪੂਰੀ ਜਨਰੇਸ਼ਨ, ਪੂਰਾ ਨੈਟਵਰਕ ਜਿਹੜਾ ਹੈਗਾ ਓਵਰਲੋਡ ਹੋ ਕੇ ਟ੍ਰਿਪ ਕਰ ਸਕਦਾ, ਨਾਰਦਰਨ ਗ੍ਰਿਡ ਪੂਰਾ ਟ੍ਰਿਪ ਹੋ ਸਕਦਾ। ਇਸ ਲਈ ਗ੍ਰੈਜੂਅਲੀ ਹੁੰਦਾ। ਪਹਿਲਾਂ ਸਬਸਟੇਸ਼ਨ ਸਾਡੇ 66 ਕੇ ਵੀ ਆਉਂਦੇ ਆ, ਉਹਨਾਂ ਦੇ ਉੱਪਰ ਕੱਟ ਜਿਹੜੇ ਫੀਡਰ ਓਵਰਲੋਡ ਹੋ ਰਹੇ ਆ, ਜੋ ਸੈਕਟਰ ਉੱਥੋਂ ਇਹ ਸਾਰਾ ਸੈਂਟਰਲੀ ਪਟਿਆਲਿਓਂ ਕੰਟਰੋਲ ਹੁੰਦਾ, ਉੱਥੋਂ ਮੋਨੀਟਰ ਕਰਕੇ ਉਹ ਨਾਲ ਹੀ ਮੈਸੇਜ ਆ ਜਾਂਦਾ ਕਿ ਫਲਾਣੇ UPS ਦੇ ਫੀਡਰ ਕੱਟ ਦਈਏ, ਜਾਂ ਕੰਡੀ ਦੇ ਫੀਡਰ ਕੱਟ ਦਿਓ, ਜਾਂ ਸ਼ਹਿਰ ਦੇ ਫੀਡਰ ਕੱਟ ਦਿਓ। ਕੈਟਾਗਰਾਈਜ਼ ਕੀਤੇ ਹੋਏ ਆ ਅਲੱਗ-ਅਲੱਗ, ਉਹ ਕੈਟਾਗਰੀ ਵਾਈਜ਼ ਕੱਟ ਉੱਥੋਂ ਅਨਾਊਂਸ ਹੋ ਜਾਂਦੀ ਹੈ, ਨਾਲ ਹੀ ਕੱਟ ਲੱਗ ਜਾਂਦੀ ਹੈ, ਤਾਂ ਕਿ ਉਹਨਾਂ ਸਿਸਟਮ ਨੂੰ ਰਿਲੀਫ ਮਿਲ ਜਾਵੇ ਤੇ ਸਿਸਟਮ ਚੱਲਦਾ ਰਹੇ। ਉਹਦੇ 'ਚ ਫਿਰ ਉਹ ਦੇਖ ਲੈਂਦੇ ਆ ਕਿ ਵੀ ਪ੍ਰਾਇਰਟੀ ਆਪਾਂ ਕਿਹੜੇ ਸੈਕਟਰ ਨੂੰ ਦੇਣੀ ਹੈ, ਉਸ ਸੈਕਟਰ ਨੂੰ ਛੱਡ ਕੇ ਬਾਕੀਆਂ ਨੂੰ ਥੋੜ੍ਹੀ ਕੱਟ ਲਾ ਕੇ ਉਹਨਾਂ ਨੂੰ ਪੂਰਾ ਕਰਾ ਦਿੰਦੇ ਜਦੋਂ ਇੱਦਾਂ ਦੇ ਕ੍ਰਾਈਸਿਸ ਦੇ ਟਾਈਮ ਹੁੰਦੇ ਆ। ਜਦੋਂ ਗਰਮੀ ਦਾ ਸੀਜ਼ਨ ਹੁੰਦਾ ਜੀ, ਗਰਮੀ ਦੇ ਵਿੱਚ ਲੋਕਾਂ ਦੀ ਟੈਂਡੈਂਸੀ ਵੱਧ ਜਾਂਦੀ ਹੈ ਚੋਰੀ ਵੱਲ, ਆਪਣੇ ਬਿੱਲ ਘਟਾਉਣ ਦੇ ਚੱਕਰ 'ਚ, ਜਾਂ ਕਈਆਂ ਕੋਲ ਕਨੈਕਸ਼ਨ ਹੀ ਹੈ ਨਹੀਂ ਤੇ ਲੇਕਿਨ ਬਿਜਲੀ ਬਾਲਣੀ ਆ, ਉਹ ਉਸ ਚੱਕਰ 'ਚ ਚੋਰੀ ਕਰਦੇ ਆ।
ਤੇ ਉਹ ਤਾਂ ਵੇਰੀ ਕਰਦੀ ਹੈ, ਅਗੇਨ ਪਾਕਟ ਟੂ ਪਾਕਟ ਵੇਰੀ ਕਰ ਰਹੀ ਹੈ। ਕਿਸੇ ਪਾਕਟ ਜ਼ਿਆਦਾ ਚੋਰੀ ਹੈ, ਕਿਸੇ ਘੱਟ ਹੈ। ਗਰਮੀਆਂ 'ਚ ਹੀ ਜ਼ਿਆਦਾ ਵੱਧਦੀ ਹੈ, ਸਰਦੀਆਂ 'ਚ ਬਹੁਤ ਨਾਮ ਮਾਤਰ ਹੀ ਹੁੰਦੀ ਹੈ। ਤੇ ਉਹ ਲਗਾਤਾਰ ਹੀ ਅਸੀਂ ਚੈੱਕ ਵੀ ਕਰਦੇ ਰਹਿੰਦੇ ਹਾਂ, ਲਗਾਤਾਰ ਪੈਨਲਟੀਜ਼ ਵੀ ਲਾਉਂਦੇ ਰਹਿੰਦੇ ਹਾਂ, ਡਿਸਕਨੈਕਸ਼ਨਸ ਵੀ ਕਰਦੇ ਰਹਿੰਦੇ ਹਾਂ ਜਿਹੜੇ ਕਨੈਕਸ਼ਨ ਹੁੰਦੇ ਆ ਚੋਰੀ ਕਰ ਰਹੇ ਹੁੰਦੇ ਆ। ਤੇ ਉਹਦੇ 'ਚ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਜ਼ਰੂਰਤ ਹੈ ਕਿ ਜੈਨੂਇਨ ਕੰਜ਼ਿਊਮਰ ਜਿਹੜਾ ਉਹ ਜਾਗਰੂਕ ਹੋਵੇ, ਉਹ ਸਾਨੂੰ ਦੱਸਣ। ਜੇ ਇਨਫੋਰਮੇਸ਼ਨ ਸਪੈਸੀਫਿਕ ਮਿਲੇਗੀ ਸਾਨੂੰ ਫੜਨਾ ਸੌਖਾ ਹੋ ਜਾਂਦਾ। ਜੇ ਉਹਦਾ ਐਟ ਰੈਂਡਮ ਆਪਾਂ ਚੈੱਕ ਕਰਦੇ ਸਾਡਾ ਟਾਈਮ ਵੀ ਵੇਸਟ ਹੁੰਦਾ, ਸਾਨੂੰ ਘੁੰਮਣਾ ਵੀ ਜ਼ਿਆਦਾ ਪੈਂਦਾ ਤੇ ਹੋਰ ਕੰਮ ਸਾਡੇ ਸਫਰ ਕਰਦੇ ਉਹਦੇ ਨਾਲ। ਅਨਡਿਕਲੇਅਰਡ ਲੋਡ ਦੇ ਨਾਲ ਸਰ ਇਹ ਬਿਜਲੀ ਚੋਰੀ ਵੀ ਸਰ ਇੱਕ ਪਾਵਰ ਕੱਟ ਨੂੰ ਸਰ ਬਿਲਕੁਲ ਜੀ, ਬਿਲਕੁਲ। ਇਹ ਵੀ ਸਾਡੇ ਲੋਡ ਦੇ ਉੱਪਰ ਸਟੇਨ ਪਾਉਂਦੀ ਹੈ ਜੀ। ਸਾਡਾ ਲੋਡ ਜਿਹੜਾ ਐਕਸੈਸ ਲੋਡ ਆ ਰਿਹਾ, ਇਹ ਇੱਕ ਮੇਨ ਕਾਰਨ ਬਿਜਲੀ ਥੈਫਟ ਦਾ ਵੀ ਹੈ ਕਿ ਇਸ ਸੀਜ਼ਨ ਦੇ ਵਿੱਚ ਚੋਰੀ ਦਾ ਰੁਝਾਨ ਵੱਧ ਜਾਂਦਾ ਲੋਕਾਂ ਦਾ। ਤੇ ਇਹ ਸਿਰਫ ਕੱਟ ਵੱਲ ਨਹੀਂ ਹੈ, ਇਹਦਾ ਅਸਰ ਸਾਨੂੰ ਜਿਹੜੇ ਜੈਨੂਇਨ ਕੰਜ਼ਿਊਮਰ ਹੈ ਉਹਦੇ ਉੱਪਰ ਵੀ ਪੈ ਰਿਹਾ ਕਿ ਜਿੰਨੀ ਚੋਰੀ ਉਹਨਾਂ ਨੇ ਕਰਨੀ ਹੈ ਉਹਦਾ ਡਿਵਾਈਡ ਟੈਰਿਫ ਦੇ ਵਿੱਚ ਡਿਵਾਈਡ ਹੋ ਗਿਆ, ਮੁੜ ਕੇ ਸਾਰਿਆਂ ਦੇ ਉੱਪਰ ਟੈਰਿਫ ਦਾ ਬੋਝ ਪੈਂਦਾ ਹੈ। ਆਪਾਂ ਜੈਨੂਇਨ ਕੰਜ਼ਿਊਮਰ ਦੇ ਉੱਪਰ ਬੋਝ ਪੈਂਦਾ ਹੈ। ਇਸ ਲਈ ਜੈਨੂਇਨ ਕੰਜ਼ਿਊਮਰ ਨੂੰ ਚਾਹੀਦਾ ਹੈ ਕਿ ਜਿੱਥੇ ਹੀ ਚੋਰੀ ਦਾ ਕੋਈ ਕੇਸ ਦੇਖਣ ਸਾਨੂੰ ਇੰਟੀਮੇਟ ਆਪਣੇ ਦਫ਼ਤਰ ਨੂੰ ਨੇੜੇ ਵਾਲੇ ਨੂੰ ਜ਼ਰੂਰ ਕਰਨ ਤਾਂ ਕਿ ਉਹਨਾਂ ਨੂੰ ਨੱਥ ਪਾਈ ਜਾਵੇ। ਤੇ ਲੋਕਾਂ ਨੂੰ ਵੀ ਅਪੀਲ ਕਰਨ ਦੀ ਲੋੜ ਹੈ ਕਿ ਇਸ ਚੀਜ਼ ਤੋਂ ਗੁਰੇਜ਼ ਕਰਨ। ਇਹਦੀ ਪੈਨਲਟੀ ਬਹੁਤ ਹੈਵੀ ਹੈ, ਇਹਦੇ 'ਚ ਇੰਪ੍ਰਿਜ਼ਨਮੈਂਟ ਤੱਕ ਹੁੰਦੀ ਹੈ। ਸਾਰੇ ਸਾਡੇ ਐਂਟੀ ਥੈਫਟ ਥਾਣੇ ਬਣੇ ਹੋਏ ਆ, ਉਹਨਾਂ 'ਚ FIR ਲੌਜ ਹੋ ਜਾਂਦੀ ਹੈ ਤੇ ਜਿਹੜਾ ਫੜਿਆ ਜਾਵੇ ਉਹਦਾ ਛੁਟਕਾਰਾ ਛੇਤੀ ਹੁੰਦਾ ਨਹੀਂ। ਫਿਰ ਦੇਖੋ, ਮੈਂ ਗਰਮੀ ਦੇ ਮੌਸਮ 'ਚ ਖਾਸ ਕਰਕੇ ਇਹ ਅੱਜਕੱਲ ਜੋ ਆਪਾਂ ਫੇਸ ਕੀਤਾ ਹੈ ਉਹ ਸਾਰਾ ਸਿਨੈਰੀਓ ਦੇਖਦੇ ਹੋਏ ਲੋਕਾਂ ਨੂੰ ਅਪੀਲ ਕਰਾਂਗਾ ਕਿ ਜਦੋਂ ਕਦੀ ਪਾਵਰ ਕੱਟ ਲੱਗੇ ਜਾਂ ਵੈਸੇ ਫੀਡਰ ਬੰਦ ਹੋਵੇ, ਲਾਈਟ ਬੰਦ ਹੁੰਦੀ ਹੈ ਤਾਂ ਆਪਣੇ ਗੈਜਟਸ ਘਰ ਦੇ ਜਿਹੜੇ ਹੈ AC ਵਗੈਰਾ ਹਾਈ ਕੰਜ਼ੰਪਸ਼ਨ ਵਾਲੇ ਗੈਜਟਸ ਉਹ ਬੰਦ ਕਰ ਦਿਓ। ਉਹਦੇ ਨਾਲ ਉਹਦਾ ਇਹ ਫਾਇਦਾ ਹੁੰਦਾ ਹੈ ਕਿ ਜੇ ਬੰਦ ਹੋਣਗੇ, ਜਦੋਂ ਫੀਡਰ ਆਨ ਹੋਣਾ ਤਾਂ ਲੋਡ ਇੱਕਦਮ ਥੋੜਾ ਆਏਗਾ, ਫੀਡਰ ਤੇ ਟਰਾਂਸਫਾਰਮਰ ਤੇ ਲੋਡ ਥੋੜਾ ਆਊਗਾ। ਫਿਰ ਗ੍ਰੈਜੂਅਲੀ ਇੱਕ ਕਰਕੇ ਆਪਾਂ ਆਨ ਕਰਾਂਗੇ ਦੁਬਾਰਾ ਤਾਂ ਹੌਲੀ ਹੌਲੀ ਲੋਡ ਪਏਗਾ ਸਿਸਟਮ ਤੇ, ਉਹ ਬੀਅਰ ਹੋ ਜਾਂਦਾ। ਜੇ ਸਾਰੇ ਗੈਜਟ ਤੁਹਾਡੇ ਆਨ ਹੈਗੇ ਆ ਤੇ ਲਾਈਟ ਇੱਕਦਮ ਚਲੀ ਗਈ, ਫਿਰ ਜਦੋਂ ਫੀਡਰ ਆਨ ਹੋਣਾ ਤਾਂ ਸਾਰੇ ਗੈਜਟ ਨਾਲ ਹੀ ਆਨ ਹੋ ਜਾਂਦੇ ਆ। ਉਹ ਜਰਕ ਲੋਡ ਆਉਂਦਾ ਸਿਸਟਮ ਦੇ ਉੱਪਰ, ਬਹੁਤ ਹੈਵੀ ਲੋਡ ਆਉਂਦਾ। ਉਹ ਜਰਕ ਲੋਡ ਦੇ ਨਾਲ ਜੋ ਵੀ ਵੀਕ ਸਪੌਟ ਹੈਗੇ ਆ ਉਹ ਸਾਰੇ, ਕੋਈ ਕੇਬਲ ਹੋਊਗੀ, ਕੋਈ ਟਰਾਂਸਫਾਰਮਰ ਹੋਊਗਾ, ਉਹ ਸੜੇਗਾ, ਉਹ ਡੈਮੇਜ ਹੋਏਗਾ, ਜਿਹਦੇ ਨਾਲ ਕੋਈ ਫਿਊਜ਼ ਉੱਡ ਜਾਏਗਾ ਕਿਸੇ ਦਾ, ਜਿਹਦੇ ਨਾਲ ਫਿਰ ਤੁਹਾਡੀ ਤੰਗੀ ਹੋ ਜੂ, ਫਿਰ ਲਾਈਟ ਚਲੀ ਜਾਊਗੀ ਤਾਂ ਤੁਹਾਨੂੰ ਵੀ ਪਰੇਸ਼ਾਨੀ ਹੋਊਗੀ। ਸਿਸਟਮ ਪਿੱਛੋਂ ਬੈਠੋ, ਫਿਰ ਕੰਪਲੇਂਟਾਂ ਅਟੈਂਡ ਕਰਾਂਗੇ। ਉਨੀਆਂ ਕੰਪਲੇਂਟਾਂ ਵੱਧਦੀਆਂ ਉਹਨਾਂ ਤੁਹਾਡਾ ਵੀ ਨੁਕਸਾਨ ਹੋਊਗਾ, ਡਿਲੇ ਹੋਏਗੀ ਅਟੈਂਡ ਹੋਣ 'ਚ ਕੰਪਲੇਂਟ। ਇਸ ਲਈ ਅਪੀਲ ਹੈ ਕਿ ਜਦੋਂ ਫੀਡਰ ਬੰਦ ਹੋਵੇ ਜਾਂ ਕੱਟ ਲੱਗੇ ਤਾਂ ਆਪਣੇ ਗੈਜਟਸ ਹਾਈ ਕੰਜ਼ੰਪਸ਼ਨ ਵਾਲੇ ਬੰਦ ਕਰ ਦਿਓ। ਜਦੋਂ ਲਾਈਟ ਦੁਬਾਰਾ ਆਵੇ ਤਾਂ ਇੱਕ ਕਰਕੇ ਉਹਨੂੰ ਚਲਾਓ ਤਾਂ ਕਿ ਗ੍ਰੈਜੂਅਲ ਲੋਡ ਆਵੇ ਤਾਂ ਆਰਾਮ ਨਾਲ ਸਾਰਾ ਕੈਟਰ ਹੋ ਜਾਏਗਾ। ਤੁਹਾਡਾ ਸਿਸਟਮ ਬਾਹਰਲਾ ਬਚਿਆ ਰਹੂਗਾ, ਕੰਪਲੇਂਟਾਂ ਨਹੀਂ ਆਉਣਗੀਆਂ, ਦੁਬਾਰਾ ਬਿਜਲੀ ਨਹੀਂ ਜਾਊਗੀ। ਜਿਵੇਂ ਕਿ ਸਾਨੂੰ ਪਾਵਰਕੌਮ ਦੇ ਚੀਫ ਇੰਜੀਨੀਅਰ ਜੈਨਿੰਦਰ ਦਾਨੀਆ ਜੀ ਨੇ ਦੱਸਿਆ ਸੀ ਕਿ ਜਦੋਂ ਲੋਡ ਜਿਹੜਾ ਹੈ ਕਿ ਵੱਧ ਜਾਂਦਾ ਹੈ ਕਿਸੇ ਵੀ ਏਰੀਏ ਦੇ ਵਿੱਚ, ਉਦੋਂ ਜਿਹੜਾ ਹੈ ਕਿ ਪਾਵਰ ਕੱਟ ਲਗਾਉਣਾ ਲਾਜ਼ਮੀ ਹੋ ਜਾਂਦਾ ਹੈ। ਸੋ ਅਸੀਂ ਇਸ ਟਾਈਮ ਪਹੁੰਚੇ ਹਾਂ ਜਲੰਧਰ ਦੇ 132 KV ਸਬ ਸਟੇਸ਼ਨ ਚਿਲਡਰਨ ਪਾਰਕ ਦੇ ਵਿੱਚ, ਜਿੱਥੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਦੋਂ ਲੋਡ ਵੱਧਦਾ ਹੈ ਕਿਸੇ ਵੀ ਇਲਾਕੇ ਦੇ ਵਿੱਚ ਤਾਂ ਇੱਥੋਂ ਦੇ ਕੀ ਹਾਲਾਤ ਹੁੰਦੇ ਨੇ, ਤਾਂ ਇੱਥੇ ਕਿਸ ਤਰ੍ਹਾਂ ਜਿਹੜਾ ਹੈ ਕਿ ਸਬ ਸਟੇਸ਼ਨ ਜਿਹੜਾ ਹੈ ਕਿ ਕੰਮ ਕਰਦੇ ਨੇ ਔਰ ਜਿਹੜੀਆਂ ਸ਼ਿਕਾਇਤਾਂ ਹੁੰਦੀਆਂ ਨੇ ਉਹਨਾਂ ਨੂੰ ਜਿਹੜਾ ਹੈ ਕਿ ਇੱਥੋਂ ਦਾ ਸਟਾਫ ਜਿਹੜਾ ਹੈ ਕਿ ਕਿਸ ਤਰ੍ਹਾਂ ਨਿਵਾਰਨ ਕਰਦਾ ਔਰ ਜਿਹੜੀ ਇੱਥੇ ਔਖ ਜਿਹੜੀ ਇਹਨਾਂ ਨੂੰ ਕੀ ਆਉਂਦੀ ਹੈ। ਤੁਹਾਨੂੰ ਇੱਕ ਵਾਰ ਦਿਖਾਉਣਾ ਚਾਹੂੰਗਾ ਕਿ ਜਿਹੜਾ ਅਸੀਂ ਇਸ ਟਾਈਮ ਜਿਹੜਾ ਹੈਗਾ ਕਿ ਇਸ ਟਾਈਮ 132 KV ਸਬ ਸਟੇਸ਼ਨ ਚਿਲਡਰਨ ਪਾਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਅਸੀਂ ਇੱਥੇ ਦੇ ਜਿਹੜੇ ਜੇਈ ਨੇ ਪਰਮਜੀਤ ਸਿੰਘ, ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਅਸੀਂ ਉਹਨਾਂ ਤੋਂ ਜਾਣਾਂਗੇ ਕਿ ਇਹ ਜਿਹੜਾ ਕਿ ਅਸੀਂ ਇੱਥੇ ਸਬ ਸਟੇਸ਼ਨਸ ਦੇ ਵਿੱਚ ਜਿਹੜੇ ਵੱਡੇ ਟਰਾਂਸਫਾਰਮਰ ਦੇਖ ਰਹੇ ਨੇ ਜਾਂ ਇੱਥੇ ਜਿਹੜੀ ਗ੍ਰਿਡਾਂ ਅਸੀਂ ਦੇਖ ਰਹੇ ਹਾਂ, ਇਹਨਾਂ ਦਾ ਇਹ ਕਿਸ ਤਰ੍ਹਾਂ ਕੰਮ ਕਰਦੀਆਂ ਨੇ ਤੇ ਜਦੋਂ ਕਿਸੇ ਵੀ ਇਲਾਕੇ ਦੇ ਵਿੱਚ ਲੋਡ ਵੱਧਦਾ ਹੈ ਜਾਂ ਕਿਸੇ ਵੀ ਏਰੀਏ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈ ਕਿ ਫਾਲਟ ਜਦੋਂ ਪੈ ਜਾਂਦਾ ਹੈ ਤੇ ਉਦੋਂ ਇੱਥੇ ਜਿਹੜਾ ਹੈ ਕਿ ਕਿਸ ਤਰ੍ਹਾਂ ਕੰਮ ਹੁੰਦਾ ਹੈ ਔਰ ਇਹ ਜਿਹੜੇ ਸਾਰਾ ਜਿਹੜੀ ਗ੍ਰਿਡ ਹੈ ਰੂਟੀਨ ਦੇ ਵਿੱਚ ਵੀ ਕਿਸ ਤਰ੍ਹਾਂ ਕੰਮ ਕਰਦੀ ਹੈ। ਸੋ ਇੱਥੇ ਸਾਡੇ ਨਾਲ ਜਿਹੜੇ ਨੇ ਇੱਥੋਂ ਦੇ ਜਿਹੜੇ ਜੇਈ ਨੇ ਪਰਮਜੀਤ ਸਿੰਘ, ਉਹ ਸਾਡੇ ਨਾਲ ਨੇ। ਸਭ ਤੋਂ ਪਹਿਲਾਂ ਸਰ ਸਾਨੂੰ ਇਹ ਦੱਸਣਾ ਕਿ ਸਰ ਇਹ ਜਿਹੜਾ 132 KV ਜਿਹੜਾ ਸਬ ਸਟੇਸ਼ਨ ਹੈ ਕਿਵੇਂ ਕੰਮ ਕਰਦਾ ਹੈ ਔਰ ਇਹ ਜਿਹੜੀਆਂ ਅਸੀਂ ਇੱਥੇ ਜਿਹੜੇ ਵੱਡੇ ਵੱਡੇ ਟਰਾਂਸਫਾਰਮਰਸ ਦੇਖ ਰਹੇ ਹਾਂ, ਗ੍ਰਿਡ ਦੇਖ ਰਹੇ ਹਾਂ, ਇਹ ਕਿਵੇਂ ਕੰਮ ਕਰਦੀਆਂ ਨੇ। ਸਾਡੇ ਕੋਲ 132 KV 2 ਲਾਈਨਾਂ ਆ ਰਹੀਆਂ ਆ, ਠੀਕ ਆ ਜੀ। ਉਹ ਤੋਂ ਸਪਲਾਈ ਮਿਲਦੀ ਆ ਸਾਡੇ ਟਰਾਂਸਫਾਰਮਰ ਨੂੰ। 2 ਸਾਡੇ ਕੋਲ 20 MVA ਦੇ ਪਾਵਰ ਟਰਾਂਸਫਾਰਮਰ ਲੱਗੇ ਹੋਏ ਆ, ਠੀਕ ਆ ਜੀ। ਤੁਸੀਂ ਦੇਖੋ ਆਪਣੇ ਉਧਰੋਂ ਸਾਡੇ ਕੋਲ 132 KV ਸਪਲਾਈ ਆ ਰਹੀ ਆ। ਇਹ ਦੋਨੇ ਟਰਾਂਸਫਾਰਮਰ ਸਟੈਪ ਡਾਊਨ ਟਰਾਂਸਫਾਰਮਰ ਲੱਗੇ ਹੋਏ ਆ, ਠੀਕ ਆ ਜੀ। ਇੱਥੋਂ ਯਾਨੀ ਕਿ ਕੇਬਲਾਂ ਦੇ ਥਰੂ ਸਪਲਾਈ ਜਿਹੜੀ ਆ ਅੰਦਰ ਜਾਂਦੀ ਆ
ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਅੰਦਰ ਦਿਖਾਉਂਦੇ ਆ ਕਿੱਦਾਂ ਕਿੱਦਾਂ ਸਪਲਾਈ ਯਾਨੀ ਕਿ ਆਪਾਂ ਡਿਸਟ੍ਰੀਬਿਊਟ ਕਰਦੇ ਆ ਤੇ ਕਿੱਦਾਂ ਕਿੱਦਾਂ ਯਾਨੀ ਕਿ ਸਾਡੇ ਕੋਲ ਜਿਹੜੇ ਵੱਖਰੇ ਵੱਖਰੇ ਫੀਡਰ ਅਟੈਚ ਹੋਏ ਆ ਤੇ ਉਹਨਾਂ ਦੇ ਥਰੂ ਸਪਲਾਈ ਜਾਂਦੀ ਆ। ਠੀਕ ਆ ਜੀ ਇਹ ਸਾਰੀ ਗ੍ਰਿਡਸ ਕੀ ਨੇ ਔਰ ਥੋੜਾ ਇਹ ਟਰਾਂਸਫਾਰਮਰ ਨੇ ਤੇ ਉਧਰ ਗ੍ਰਿਡਸ ਦਾ ਕੀ ਫੰਕਸ਼ਨ ਆ, ਥੋੜਾ ਉਹ ਵੀ ਦੱਸੋ। ਹਾਂਜੀ ਆਜੋ। ਸਾਡੇ ਕੋਲੋਂ ਜਿੱਦਾਂ ਯਾਨੀ ਕਿ ਨਾ ਭਾਜੀ ਸਪਲਾਈ ਆਉਂਦੀ ਆ ਪਿੱਛੋਂ, ਜਿੱਦਾਂ ਆਪਾਂ ਮੰਨ ਲਓ ਇਹਨਾਂ ਨੂੰ ਆਈਸੋਲੇਟ ਕਰਨ ਲਈ, ਜਿੱਦਾਂ ਮੰਨ ਲਓ ਆਪਾਂ ਕੰਮ ਕਰਨਾ ਆ ਸਟੇਸ਼ਨ ਤੇ ਕੋਈ ਵੀ, ਮੰਨ ਲਓ ਇਹਨਾਂ ਦੀ ਮੇਨਟੇਨੈਂਸ ਕਰਨੀ ਆ ਤੇ ਸਾਡੇ ਕੋਲ ਇਹਨਾਂ ਨੂੰ ਜਿਹੜੇ ਆ ਲੱਗੇ ਹੋਏ ਆ, ਇਹ ਆਪਣੇ ਸਾਡੇ ਕੋਲ ਆਈਸੋਲੇਟਰ ਲੱਗੇ ਹੋਏ ਆ। ਉਹ ਹੈਗੇ ਬੱਸ ਆਈਸੋਲੇਟਰ ਆ, ਸਾਡੇ ਕੋਲ ਲਾਈਨ ਆਈਸੋਲੇਟਰ ਆ, ਵੱਖਰੇ ਵੱਖਰੇ ਆ। ਉਹਦੇ ਅਕੋਰਡਿੰਗਲੀ ਜਿੱਦਾਂ ਯਾਨੀ ਕਿ ਮੰਨ ਲਓ ਅਸੀਂ ਬੱਸ ਤੇ ਕੰਮ ਕਰਨਾ ਆ ਤਾਂ ਅਸੀਂ ਜਿਹੜੇ ਆ ਬੱਸ ਆਈਸੋਲੇਟਰ ਕੱਟ ਲੈਂਦੇ ਆ। ਠੀਕ ਆ ਜੀ। ਜਦੋਂ ਅਸੀਂ ਲਾਈਨ ਤੇ ਕਰਨਾ ਆ ਤੇ ਇਧਰੋਂ ਆਪਰੇਸ਼ਨ ਕਰ ਲਈਦੀ, ਆਪਣੇ ਵੱਲੋਂ ਵੀ ਕਰ ਲਈਦੀ ਆ ਤੇ ਜਿਹੜਾ ਦੂਜੇ ਸਟੇਸ਼ਨ ਤੋਂ ਜਿਸ ਐਂਡ ਤੋਂ ਸਾਨੂੰ ਸਪਲਾਈ ਆ ਰਹੀ ਆ ਤੇ ਉਧਰੋਂ ਵੀ ਅਸੀਂ ਯਾਨੀ ਕਿ ਤਾਲਮੇਲ ਕਰਕੇ ਫੋਨ ਤੇ ਯਾਨੀ ਕਿ ਲਾਈਨ ਤੇ ਕੰਮ ਕਰ ਲਈਦੀ ਆ। ਠੀਕ ਆ ਜੀ। ਇਸ 132 ਕੇਵੀ ਸਬਸਟੇਸ਼ਨ ਤੋਂ ਜਲੰਧਰ ਦੇ ਕਿਹੜੇ ਇਲਾਕਿਆਂ ਨੂੰ ਬਿਜਲੀ ਜਾਂਦੀ, ਥੋੜਾ ਉਹ ਵੀ ਦੱਸੋ। ਹਾਂ, ਉਹ ਤੁਹਾਨੂੰ ਮੈਂ ਡਿਟੇਲ ਚ ਅੰਦਰ ਸਾਡੇ ਕੋਲ ਜਿਹੜੇ ਹੈਗੇ ਆ ਬਕਾਇਦਾ ਜਿਹੜੇ ਜਿੱਦਾਂ ਫੀਡਰ ਚੱਲਦੇ ਆ ਜਿਹੜੇ ਏਰੀਏ ਦੇ, ਉਹਨਾਂ ਦੇ ਅਸੀਂ ਬਕਾਇਦਾ ਨਾਮ ਮੈਂਸ਼ਨ ਕੀਤੇ ਹੋਏ ਆ ਤੇ ਉਹ ਤੁਹਾਨੂੰ ਆਪਾਂ ਯਾਨੀ ਕਿ ਮੈਂਸ਼ਨ ਕਰਾਂਗੇ, ਦਿਖਾਵਾਂਗੇ ਕਿੱਦਾਂ ਕਿੱਦਾਂ ਹੈਗੀ ਆ ਤੇ ਉਹਦੇ ਅਕੋਰਡਿੰਗਲੀ ਜਿੱਦਾਂ ਯਾਨੀ ਕਿ ਸਾਡੇ ਕੋਲ ਬਾਹਰੋਂ ਸਪਲਾਈ ਆ ਗਈ। ਇਹ ਸਾਡੇ ਕੋਲ ਹੈਗਾ ਇਨਕਮਰ। ਠੀਕ ਆ ਜੀ। ਪਿੱਛੋਂ ਜਿਹੜੀ ਸਪਲਾਈ ਆਉਂਦੀ ਆ ਇਨਕਮਰ ਤੇ ਸਾਡੇ ਕੋਲ ਸਪਲਾਈ ਆ ਗਈ ਆ। ਇਹ ਹੁਣ ਇੱਥੇ ਆਣ ਕੇ ਸਾਡੇ ਕੋਲ ਸਟੈਪ ਡਾਊਨ ਕਰਕੇ 11 kV ਸਪਲਾਈ ਸਾਡੇ ਕੋਲ ਆ ਗਈ ਆ। ਇਹਦੇ ਥਰੂ ਅਸੀਂ ਡਿਸਟ੍ਰੀਬਿਊਟ ਕਰਦੇ ਆ ਸਪਲਾਈ ਵੱਖਰੇ ਵੱਖਰੇ ਫੀਡਰਾਂ ਨੂੰ। ਬੱਸ ਬਾਰ ਆ ਪਿੱਛੋਂ ਦਿਖਾਉਂਦੇ ਤੁਹਾਨੂੰ ਆਪਾਂ, ਆਜੋ। ਕੋਲੋਂ ਟਰਾਂਸਫਾਰਮਰ ਤੋਂ ਸਪਲਾਈ ਇਹਦੇ ਬੈਕ ਸਾਈਡ ਤੇ ਆ ਗਈ ਜੀ। ਠੀਕ ਆ ਜੀ। ਇਹਦੇ ਥਰੂ ਅਸੀਂ ਅਟੈਚ ਕਰ ਦਿੱਤੀ ਆ ਇਨਕਮਰ ਨਾਲ। ਇਹ ਹੈਗਾ ਸਾਡਾ ਇਨਕਮਰ। ਠੀਕ ਆ ਜੀ। ਇਹਦੇ ਥਰੂ ਆਪਣੇ ਆ ਪਿੱਛੇ ਬੱਸ ਬਾਰ ਆ। ਠੀਕ ਆ ਜੀ। ਪਿੱਛੇ 11 kV ਬੱਸ ਬਾਰ ਸਾਰੀ, ਇਹ ਸਾਰੀ 11 kV ਬੱਸ ਬਾਰ ਆ। ਠੀਕ ਆ ਜੀ। ਇਹਦੇ ਨਾਲ ਵੱਖਰੇ ਵੱਖਰੇ ਜਿੱਦਾਂ ਯਾਨੀ ਕਿ ਆ ਦੇਖੋ ਮੈਂਸ਼ਨ ਕੀਤੇ ਹੋਏ ਆ ਅਸੀਂ ਨਾਮ। ਠੀਕ ਹੈ। ਫਰੰਟ ਤੋਂ ਵੀ ਤੁਹਾਨੂੰ ਦਿਖਾਵਾਂਗੇ। ਸੈਂਟਰ ਟਾਊਨ ਆ, ਲਾਜਪਤ ਨਗਰ ਆ, ਗੁਰੂ ਨਾਨਕ ਮਿਸ਼ਨ ਹਸਪੀਟਲ ਵੀ ਸਾਡੇ ਕੋਲੋਂ ਚੱਲਦਾ ਆ, ਸ਼ਹੀਦ ਊਧਮ ਸਿੰਘ ਇਹ ਵੀ ਵੱਖਰਾ ਆ, ਨਹਿਰੂ ਗਾਰਡਨ ਰੋਡ ਆ ਤੇ ਕੂਰ ਰੋਡ ਆ। ਯਾਨੀ ਕਿ ਇਹ ਜਿੱਦਾਂ ਯਾਨੀ ਕਿ ਏਰੀਆ ਦੇ ਨਾਮ ਦਿੱਤੇ ਹੋਏ ਆ ਤੇ ਇਹਨਾਂ ਦੇ ਨਾਲ ਹੀ ਯਾਨੀ ਕਿ ਇੱਧਰਲੇ ਏਰੀਆ ਨੂੰ ਸਪਲਾਈ ਸਾਡੇ ਕੋਲੋਂ ਇੱਥੋਂ ਡਿਸਟ੍ਰੀਬਿਊਟ ਹੋ ਰਹੀ ਆ। ਕਿੱਦਾਂ ਕਿੱਦਾਂ ਆਪਰੇਸ਼ਨ ਕਰਦੇ ਆ ਇਹਨੂੰ ਡਿਟੇਲ 'ਚ ਦੱਸਾਂਗੇ ਤੁਹਾਨੂੰ। ਤੇ ਇੱਕ ਜਿੱਦਾਂ ਯਾਨੀ ਕਿ ਘਰ ਦਾ ਲੋਡ ਹੈਗਾ ਆ ਆਪਣੇ ਅਕੋਰਡਿੰਗ ਟੂ ਆਪਾਂ ਜਿੱਦਾਂ ਯਾਨੀ ਕਿ ਸਾਡੀਆਂ ਲਾਈਟਸ ਵਗੈਰਾ ਲੱਗੀਆਂ ਹੋਈਆਂ, ਫੈਨ ਲੱਗਾ ਹੋਇਆ ਆ, ਫ੍ਰਿਜ ਆ, ਟੀਵੀ ਆ, ਅਸੀਂ ਉਹਦੇ ਅਕੋਰਡਿੰਗਲੀ ਆਪਾਂ ਲੋਡ ਬਣਾ ਲੈਂਦੇ ਆ। ਜਿੱਦਾਂ 1 ਕਿਲੋਵਾਟ ਲੋਡ ਬਣ ਗਿਆ ਆਪਣਾ, ਹਨਾ। ਠੀਕ ਆ। ਕਈ ਕੀ ਕਰਦੇ ਆ ਲੋਕੀ ਜਿੱਦਾਂ ਯਾਨੀ ਕਿ 1 ਕਿਲੋਵਾਟ ਲੋਡ ਆ, ਉਹ ਕੀ ਕਰਦੇ ਆ ਆਪਣਾ ਲੋਡ ਨਹੀਂ ਵਧਾਉਂਦੇ, ਏਸੀ ਲਾਇਆ। ਠੀਕ ਹੈ ਕਿ ਨਹੀਂ। ਉਹਨਾਂ ਨੇ 2 ਏਸੀ ਲਾ ਲਏ, ਲੋਡ ਕਿੰਨਾ ਆ ਉਹ 1 ਕਿਲੋਵਾਟ ਹੀ ਆ। ਠੀਕ ਹੈ ਕਿ ਨਹੀਂ। ਉਹਦੇ ਵਿੱਚ ਇਹ ਪ੍ਰੋਬਲਮ ਆਉਂਦੀ ਹੈ, ਸਾਨੂੰ ਪਤਾ ਨਹੀਂ ਲੱਗਦਾ। ਠੀਕ ਹੈ ਕਿ ਨਹੀਂ। ਤੇ ਉਹਦੇ ਅਕੋਰਡਿੰਗਲੀ ਜਦੋਂ ਯਾਨੀ ਕਿ ਕੀ ਹੁੰਦਾ, ਪ੍ਰੋਬਲਮ ਇਹ ਹੁੰਦੀ ਆ ਜਿੱਦਾਂ ਹੁਣ ਕਾਗਜ਼ਾਂ 'ਚ ਲੋਡ ਹੈਗਾ 1 ਕਿਲੋਵਾਟ, ਬਟ ਉਹ ਜਿਹੜਾ ਯਾਨੀ ਕਿ ਇਸ ਟਾਈਮ ਚਲਾ ਰਹੇ ਆ ਉਹ ਕਹਿ ਲਓ ਕਿ 5 ਕਿਲੋਵਾਟ ਚਲਾ ਰਹੇ ਹੁੰਦੇ ਆ ਲੋਡ। ਤੇ ਉਹਦੇ ਅਕੋਰਡਿੰਗਲੀ ਯਾਨੀ ਕਿ ਦੇਖੋ ਇਦਾਂ ਹੀ ਇੱਕ ਘਰ ਨੇ ਇਦਾਂ ਕੀਤਾ, ਤੁਸੀਂ ਦੇਖੋ ਆਪਣੇ ਜਲੰਧਰ 'ਚ ਕਿੰਨੇ ਘਰ ਆ, ਉਹਦੇ ਅਕੋਰਡਿੰਗਲੀ ਯਾਨੀ ਕਿ ਨੈਚੁਰਲ ਜੀ ਗੱਲ ਆ ਤੇ ਉਹ ਲੋਡ ਆਪਣੇ ਵੱਧ ਜਾਂਦਾ, ਸਾਨੂੰ ਪਤਾ ਨਹੀਂ ਹੁੰਦਾ। ਮੰਨ ਲਓ ਹੁਣ ਬੰਦਾ ਕੀ ਕਰਦਾ ਆ, ਆਪਣੇ ਫਿਊਚਰ ਪਲੈਨਿੰਗ ਕਰਦਾ ਆ। ਯਾਨੀ ਕਿ ਸਾਡੇ ਡਿਪਾਰਟਮੈਂਟ ਦੀ ਇਹ ਆ ਕਿ ਯਾਨੀ ਕਿ ਕਿੰਨੇ ਕਿ ਮੈਕਸਿਮਮ ਅਸੀਂ ਯਾਨੀ ਕਿ ਕਹ ਲਓ ਕਿ ਵਧਾ ਕੇ ਲੈ ਲੈਂਦੇ ਆ। ਯਾਨੀ ਕਿ ਮੰਨ ਲਓ ਆਸੇ ਪਾਸੋਂ ਲੈ ਲੈਂਦੇ ਆ, ਉਹਦੇ ਹਿਸਾਬ ਨਾਲ ਅਸੀਂ ਆਪਣੇ ਯਾਨੀ ਕਿ ਸਟੇਸ਼ਨ ਤੇ ਫੀਡਰ ਲਾ ਲੈਂਦੇ ਆ। ਹੁਣ ਕੀ ਕਰਦੇ ਆ ਲੋਕੀ ਆਪਣੇ ਏਸੀ ਲਾਈ ਜਾਂਦੇ ਆ। ਠੀਕ ਹੈ ਕਿ ਨਹੀਂ। ਉਹ ਦੱਸਦੇ ਨਹੀਂ ਆ, ਮੰਨ ਲਓ ਰਜਿਸਟਰ ਨਹੀਂ ਕਰਾਉਂਦੇ। ਜਿੰਨੀ ਦੇਰ ਸਿਸਟਮ 'ਚ ਰਜਿਸਟਰ ਨਹੀਂ ਹੁੰਦਾ ਉਨੀ ਦੇਰ ਸਾਨੂੰ ਪਤਾ ਨਹੀਂ ਲੱਗਦਾ। ਠੀਕ ਹੈ ਕਿ ਨਹੀਂ। ਕਿਉਂਕਿ ਜਿੰਨੀ ਦੇਰ ਕਾਗਜ਼ੀ ਕਾਰਵਾਈ ਹੋਊਗੀ ਉਹ ਫਿਰ ਅਸੀਂ ਦੇਖਦੇ ਹਾਂ, ਸਾਡਾ ਇੱਕ ਡਾਟਾ ਬਣਦਾ ਆ ਕਿ ਯਾਨੀ ਕਿ ਕਿੰਨਾ ਲੋਡ ਇਨਕਰੀਜ਼ ਹੋਇਆ ਆ। ਠੀਕ ਆ। ਉਹਦੇ ਅਕੋਰਡਿੰਗਲੀ ਫਿਰ ਪਲੈਨਿੰਗ ਹੁੰਦੀ ਆ। ਠੀਕ ਹੈ ਕਿ ਨਹੀਂ। ਜਿੰਨੀ ਦੇਰ ਆਪਣੇ ਯਾਨੀ ਕਿ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, ਉਹ ਕੀ ਹੁੰਦਾ ਆ, ਉਹ ਓਵਰਲੋਡ ਹੋ ਜਾਂਦਾ ਸਿਸਟਮ ਤੇ ਉਹਦੇ ਕਰਕੇ ਯਾਨੀ ਕਿ ਪ੍ਰੋਬਲਮ ਆਉਣ ਲੱਗ ਪੈਂਦੀ ਹੈ। ਹੁਣ ਕੀ ਹੁੰਦਾ ਮੈਂ ਤੁਹਾਨੂੰ ਦੱਸਦਾ, ਸਾਨੂੰ ਯਾਨੀ ਕਿ ਮੈਸੇਜ ਮਿਲਦਾ ਪਿੱਛੋਂ, ਪੀਸੀ ਪਾਵਰ ਕੰਟਰੋਲਰ ਆ ਜਿੱਥੇ ਯਾਨੀ ਕਿ ਉੱਥੇ ਉਹਨਾਂ ਕੋਲ ਪੂਰਾ ਯਾਨੀ ਕਿ ਨੋਰਥ ਦਾ ਸਿਸਟਮ ਹੁੰਦਾ ਆ ਕਿ ਮੰਨ ਲਓ ਦੇਖਦੇ ਵਾਚ ਕਰਦੇ ਰਹਿੰਦੇ ਕੰਟੀਨਿਊ ਕਿ ਲੋਡ ਇਦਾਂ ਆ, ਲੋਡ ਵਧੇ ਨਾ। ਇੱਕ ਲਿਮਟ ਆ ਯਾਨੀ ਕਿ ਜਦੋਂ ਯਾਨੀ ਕਿ ਕੋਈ ਸਿਸਟਮ ਆ ਜਿੱਦਾਂ ਪਿੱਛੋਂ ਯਾਨੀ ਕਿ ਆ ਰਹੀ ਆ, ਉਹਦੇ ਬਣ ਰਹੀ ਆ ਜਿੱਥੇ ਯਾਨੀ ਕਿ ਉਹ ਇੱਕ ਲਿਮਟ ਆ। ਜਦੋਂ ਉਹ ਲਿਮਟ ਪਾਰ ਹੋ ਜੂਗੀ ਤੇ ਯਾਨੀ ਕਿ ਕਹ ਲਓ ਕਿ ਸਿਸਟਮ ਨੇ ਸਾਰੇ ਨੇ ਬੰਦ ਹੋ ਜਾਣਾ। ਸਿਸਟਮ ਬੰਦ ਹੋਣ ਨਾਲ ਕੀ ਆ, ਉਹਨੂੰ ਦੁਬਾਰਾ ਰੀਸਟਾਰਟ ਕਰਨ ਲਈ ਘੱਟੋ ਘੱਟ 24 ਤੋਂ 48 ਘੰਟੇ ਲੱਗਦੇ ਆ। ਇਸ ਤੋਂ ਵਧੀਆ ਆ ਕਿ ਯਾਨੀ ਕਿ ਅਸੀਂ ਯਾਨੀ ਕਿ ਜਿੱਦਾਂ ਯਾਨੀ ਕਿ ਸਾਨੂੰ ਪੀਸੀ ਪਾਵਰ ਕੰਟਰੋਲਰ ਤੋਂ ਮੈਸੇਜ ਆਉਂਦਾ ਆ ਕਿ ਤੁਸੀਂ ਇਦਾਂ ਕਰੋ, ਕੈਟਾਗਰੀ ਦੇਖੋ ਆ ਲਿਖੀਆਂ ਹੋਈਆਂ, ਕੈਟਾਗਰੀ 1 ਆ ਤੇ 4 ਆ, 2 3 4 ਇਦਾਂ ਕੈਟਾਗਰੀ ਬਣੀ ਹੋਈ ਆ। ਉਹਦੇ ਅਕੋਰਡਿੰਗਲੀ ਸਾਨੂੰ ਪਿੱਛੋਂ ਮੈਸੇਜ ਆਉਂਦਾ ਆ ਕਿ ਯਾਨੀ ਕਿ ਤੁਸੀਂ ਇਦਾਂ ਕਰੋ, ਕੈਟਾਗਰੀ 1 ਨੂੰ ਕੱਟ ਲਾ ਦਿਓ। ਅਸੀਂ ਕੀ ਕਰਦੇ ਆ, ਜਿਹੜਾ ਕੈਟਾਗਰੀ 1 ਹੁੰਦਾ ਘੰਟੇ ਲਈ ਜਾਂ 2 ਘੰਟੇ ਲਈ, ਇਹ ਇਦਾਂ ਇੱਕ ਉਹਨਾਂ ਦੀ ਪਲੈਨਿੰਗ ਹੁੰਦੀ ਆ ਕਿ ਯਾਨੀ ਕਿ ਜਿਹੜਾ ਲੋਡ ਓਵਰਲੋਡ ਨਾ ਹੋਵੇ। ਉੱਥੇ ਜਦੋਂ ਓਵਰਲੋਡ ਹੋ ਗਿਆ, ਜਦੋਂ ਯਾਨੀ ਕਿ ਸਿਸਟਮ ਇੱਕ ਵਾਰ ਓਵਰਲੋਡ ਹੋ ਗਿਆ ਤੇ ਉਹਨੇ ਟ੍ਰਿਪ ਕਰ ਜਾਣਾ। ਜਦੋਂ ਇੱਕ ਵਾਰ ਟ੍ਰਿਪ ਹੋ ਗਿਆ ਤੇ ਉਹਨੂੰ 24 ਤੋਂ 48 ਘੰਟੇ
ਯਾਨੀ ਕਿ ਸਟਾਰਟ ਕਰਨ ਨੂੰ ਲੱਗਣੇ ਆ। ਇਸ ਤੋਂ ਵਧੀਆ ਆ ਕਿ ਯਾਨੀ ਕਿ ਉਹਨੂੰ ਕੰਟਰੋਲ ਕਰਨ ਲਈ ਆਪਾਂ ਕੀ ਕਰਦੇ ਆ, ਜਿੱਦਾਂ ਯਾਨੀ ਕਿ ਏਰੀਆ ਵਾਈਜ਼, ਜਿੱਦਾਂ ਮੰਨ ਲਓ ਜਲੰਧਰ ਸਾਰੇ ਆਪਣੇ ਯਾਨੀ ਕਿ ਪੰਜਾਬ 'ਚ ਜਿੰਨੇ ਸਿਟੀ ਆ ਸਾਰੇ ਪਾਸੇ ਉਹਦੇ ਅਕੋਰਡਿੰਗਲੀ ਕੱਟ ਲਾ ਲੈਂਦੇ ਆਪਾਂ। ਉਹ ਯਾਨੀ ਕਿ ਪਿੱਛੋਂ ਇੱਕ ਜਗ੍ਹਾ ਤੋਂ ਮੈਸੇਜ ਹੁੰਦਾ ਆ, ਉਹ ਫਿਰ ਸਾਰੇ ਪਾਸੇ ਜਿੱਦਾਂ ਯਾਨੀ ਕਿ ਵੱਖਰੇ ਵੱਖਰੇ ਏਰੀਆ ਸਾਨੂੰ ਪਿੱਛੋਂ ਮੈਸੇਜ ਆ ਜਾਂਦਾ। ਅਸੀਂ ਕੀ ਕਰਦੇ ਆ ਉਹਨੂੰ ਜਿੱਦਾਂ ਯਾਨੀ ਕਿ ਕਹਿੰਦੇ 2 ਘੰਟੇ ਲਈ ਤੁਸੀਂ ਆਪਣੇ ਕੈਟਾਗਰੀ 1 ਦੇ ਫੀਡਰ ਆ ਜਿਹੜੇ ਉਹ ਬੰਦ ਕਰ ਦਿਓ। ਇਹਨਾਂ ਦਾ ਜਿੱਦਾਂ ਯਾਨੀ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ, ਸਾਡੇ ਕੋਲ 2 ਲਾਈਨਾਂ ਆ, ਠੀਕ ਹੈ ਕਿ ਇਹ ਲਾਈਨ 1 ਆ ਲਾਈਨ 1 ਆ ਸਾਡੇ ਕੋਲ, ਤੇ ਇਹ ਲਾਈਨ 2 ਆ। ਮੰਨ ਲਓ ਇਨ ਕੇਸ ਕੀ ਹੁੰਦਾ ਆ ਕਿ ਜਿੱਦਾਂ ਯਾਨੀ ਕਿ ਕਿਸੇ ਲਾਈਨ 'ਚ ਫਾਲਟ ਪੈ ਜਾਂਦਾ ਆ, ਠੀਕ ਹੈ ਕਿ ਨਹੀਂ, ਸਪਲਾਈ ਨੂੰ ਯਾਨੀ ਕਿ ਕੰਟੀਨਿਊ ਰੱਖਣ ਲਈ ਸਾਨੂੰ ਦੋਨਾਂ ਪਾਸਿਓਂ ਸਪਲਾਈ ਆ ਰਹੀ ਆ, ਠੀਕ ਹੈ ਕਿ ਨਹੀਂ। ਯਾਨੀ ਕਿ ਇਹ ਆ ਕਿ ਸਪਲਾਈ ਕਿਸੇ ਤਰ੍ਹਾਂ ਵੀ ਇਫੈਕਟ ਨਾ ਹੋਵੇ, ਤੇ ਤਾਂ ਸਾਡੇ ਕੋਲ 2 ਲਾਈਨਾਂ ਆਈਆਂ ਹੋਈਆਂ ਆ। ਲਾਈਨਾਂ ਦੇ ਥਰੂ ਸਾਡੇ ਕੋਲ ਆਪਣੇ ਬਾਹਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਸੀਗਾ ਆਈਸੋਲੇਟਰ ਲੱਗੇ ਆ। ਬਸ ਆਈਸੋਲੇਟਰ ਦੇ ਥਰੂ ਸਾਡੇ ਕੋਲ 2 ਟਰਾਂਸਫਾਰਮਰ ਦੇ ਬ੍ਰੇਕਰ ਲੱਗੇ ਹੋਏ ਆ, ਠੀਕ ਹੈ ਜੀ। ਇਹ ਬ੍ਰੇਕਰ ਦੇ ਮੰਨ ਲਓ ਜਦੋਂ ਵੀ ਯਾਨੀ ਕਿ ਕੋਈ ਵੀ ਪ੍ਰੋਬਲਮ ਆਉਂਦੀ ਆ, ਮੰਨ ਲਓ ਦੇਖੋ ਮਸ਼ੀਨਰੀ ਆ 24 ਆਵਰ ਚੱਲਦੀ ਆ, ਠੀਕ ਹੈ ਕਿ ਨਹੀਂ। ਮੰਨ ਲਓ ਮਸ਼ੀਨਰੀ 'ਚ ਕਿਸੇ ਵੀ ਟਾਈਮ ਕੋਈ ਵੀ ਫਾਲਟ ਪੈ ਸਕਦਾ ਆ, ਠੀਕ ਹੈ ਕਿ ਨਹੀਂ। ਇਹ ਸਾਡੇ ਕੋਲ ਜਿੱਦਾਂ ਯਾਨੀ ਕਿ ਬ੍ਰੇਕਰ ਲੱਗੇ ਹੋਏ ਆ, ਸਵਿਚ ਵਗੈਰਾ ਲੱਗੇ ਹੋਏ ਆ। ਅਸੀਂ ਇੱਥੋਂ ਬੰਦ ਕਰਕੇ ਉਹਨੂੰ ਚੈੱਕ ਕਰਦੇ ਆ। ਚੈੱਕ ਕਰਨ ਤੋਂ ਬਾਅਦ ਅਸੀਂ ਇੱਕ ਮੈਂ ਤੁਹਾਨੂੰ ਹੋਰ ਚੀਜ਼, ਸਾਡੇ ਕੋਲ 2 ਟਰਾਂਸਫਾਰਮਰ ਲੱਗੇ ਹੋਏ ਆ, ਸਪਲਾਈ ਨਾ ਅਫੈਕਟ ਹੋਵੇ। ਇੱਕ ਸਾਡੇ ਕੋਲ ਬਸ ਕਪਲਰ ਲੱਗਾ ਹੋਇਆ ਆ ਵਿੱਚ, ਆ ਦੇਖੋ ਸੈਂਟਰ 'ਚ ਅਸੀਂ ਸਾਡੇ ਇੱਥੇ ਬਸ ਕਪਲਰ ਇੰਸਟਾਲਡ ਆ। ਤੇ ਇਹਦਾ ਇਦਾਂ ਆ ਕਿ ਜਿੱਦਾਂ ਯਾਨੀ ਕਿ ਰਾਤ ਨੂੰ ਲੋਡ ਘਟ ਜਾਂਦਾ ਆ, ਕਿ ਮੰਨ ਲਓ ਇੱਕ ਟਰਾਂਸਫਾਰਮਰ ਤੇ ਫਾਲਟ ਪੈ ਗਿਆ, ਜਾਂ ਯਾਨੀ ਕਿ ਕਹ ਲਓ ਕਿ ਆਪਣੇ ਇਨਕਮਰ ਦੀ ਕੋਈ ਪ੍ਰੋਬਲਮ ਆ ਗਈ। ਇਹ ਬਸ ਕਪਲਰ ਦਾ ਕੰਮ ਇਹ ਆ ਕਿ ਯਾਨੀ ਕਿ ਮੰਨ ਲਓ ਉਹਦਾ ਜਿਹੜੇ ਇੱਧਰਲੇ ਫੀਡਰ ਆ ਇਹਨਾਂ ਦਾ ਲੋਡ ਚੱਕ ਲੈਂਦਾ ਇਨਕਮਰ ਦੇ ਥਰੂ, ਠੀਕ ਹੈ ਜੀ। ਮੰਨ ਲਓ ਜੇ ਉਧਰਲਾ ਕੋਈ ਟਰਾਂਸਫਾਰਮਰ ਖਰਾਬ ਹੋ ਗਿਆ ਜਾਂ ਕੋਈ ਪ੍ਰੋਬਲਮ ਆ ਗਈ ਆ, ਤੇ ਇਹਦੇ ਥਰੂ ਜਿੱਦਾਂ ਯਾਨੀ ਕਿ ਅਸੀਂ ਦੂਜੇ ਫੀਡਰ ਚਲਾਉਂਦੇ ਆ ਕਿ ਯਾਨੀ ਕਿ ਸਪਲਾਈ ਨਾ ਅਫੈਕਟ ਹੋਵੇ। ਉਹਨੂੰ ਕੰਟੀਨਿਊ ਰੱਖਣ ਲਈ ਯਾਨੀ ਕਿ ਇਹ ਲਾਇਆ ਹੋਇਆ ਆ ਸਾਡੇ ਵੱਲੋਂ, ਯਾਨੀ ਕਿ ਸਾਡੇ ਬੋਰਡ ਵੱਲੋਂ ਅਰੇਂਜਮੈਂਟ ਪੂਰਾ ਵਧੀਆ ਯਾਨੀ ਕਿ ਕੀਤਾ ਹੋਇਆ ਕਿ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ। ਕਈ ਵਾਰ ਇਦਾਂ ਹੋ ਜਾਂਦਾ ਕਿ ਕੋਈ ਐਮਰਜੈਂਸੀ ਬਾਹਰੋਂ ਆਪਣੇ ਬੱਸ ਬਾਰ ਤੇ ਪ੍ਰੋਬਲਮ ਆ ਜਾਂਦੀ ਆ, ਤੇ ਉਹਦੇ ਵਿੱਚ ਦੇਖੋ ਮਸ਼ੀਨਰੀ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮਸ਼ੀਨਰੀ ਆ ਜਿਹੜੀ ਉਹ ਕਿਸੇ ਟਾਈਮ ਵੀ ਖਰਾਬ ਹੋ ਸਕਦੀ ਆ, ਠੀਕ ਹੈ ਕਿ ਨਹੀਂ। ਉਹਨੂੰ ਜਦੋਂ ਯਾਨੀ ਕਿ ਖਰਾਬ ਹੋ ਜਾਣਾ, ਉਹਨੂੰ ਅਸੀਂ ਉਸੇ ਟਾਈਮ ਹੀ ਸਟਾਰਟ ਹੋ ਜਾਂਦੇ ਆ ਉਹਨੂੰ ਆਪਣੇ ਸੈਟ ਰਾਈਟ ਕਰਨ ਲਈ। ਸਾਨੂੰ ਹੁਣ ਜਿਹੀ ਉਹਨਾਂ ਨੇ ਯਾਨੀ ਕਿ ਮੈਸੇਜ ਕੀਤਾ ਆ ਕਿ ਉਹਨਾਂ ਦਾ ਨਾ ਇੱਕ ਪਰਮਿਟ ਇਹਨਾਂ ਨੇ ਲਿਆ ਸੀਗਾ ਸਾਡੇ ਕੋਲੋਂ, ਠੀਕ ਹੈ ਜੀ। ਆਪਾਂ ਯਾਨੀ ਕਿ ਫੀਡਰ ਚਲਾਤਾ, ਕੁਝ ਏਰੀਆ ਬੰਦ ਸੀਗਾ, ਇੱਕ ਟਰਾਂਸਫਾਰਮਰ ਇਹਨਾਂ ਨੇ ਕੱਟਿਆ ਹੋਇਆ ਸੀਗਾ, ਤੇ ਉਸ ਨੂੰ ਹੁਣ ਯਾਨੀ ਕਿ ਦੁਬਾਰਾ ਰੀਕਨੈਕਟ ਕਰਨਾ ਆ। ਤੇ ਉਹਦੇ ਵਾਸਤੇ ਰੀਕਨੈਕਟ ਕਰਨ ਵਾਸਤੇ ਆਪਾਂ ਯਾਨੀ ਕਿ ਇੱਥੋਂ ਪਹਿਲਾਂ ਸਾਰੀ ਸਪਲਾਈ ਇੱਕ ਮਿੰਟ ਲਈ ਬੰਦ ਹੋਊਗੀ। ਉਸ ਤੋਂ ਬਾਅਦ ਜਦੋਂ ਯਾਨੀ ਕਿ ਇਹਨਾਂ ਨੇ ਉਧਰੋਂ ਬਾਹਰੋਂ ਸਵਿਚ ਲਵਾਉਣਾ, ਇਹਨਾਂ ਨੇ ਬੰਦੇ ਖੜੇ ਕੀਤੇ ਹੋਏ ਆ, ਉਹ ਬੰਦੇ ਸਵਿਚ ਜੋੜਨਗੇ, ਤੇ ਫਿਰ ਇਸ ਤੋਂ ਬਾਅਦ ਅਸੀਂ ਯਾਨੀ ਕਿ ਔਨ ਕਰਾਂਗੇ, ਤੇ ਜਿੰਨੀ ਜਿਹੜਾ ਕੱਟਿਆ ਹੋਊਗਾ ਉਹਨੂੰ ਵੀ ਸਪਲਾਈ ਮਿਲ ਜੂਗੀ, ਤੇ ਯਾਨੀ ਕਿ ਕਹ ਲਓ ਕਿ ਸਾਰੀ ਸਪਲਾਈ ਜਿੰਨੇ ਏਰੀਆ ਦੀ ਹੈ ਉਹ ਸਾਰੀ ਚਾਲੂ ਹੋ ਜਾਣੀ ਆ, ਠੀਕ ਹੈ। ਹੁਣ ਆਪਾਂ ਆਪਰੇਸ਼ਨ ਪ੍ਰੋਸੈਸ ਕਰਦੇ ਆ। ਇਹ ਹੁਣ ਜਿੱਦਾਂ ਯਾਨੀ ਕਿ ਕਹ ਲਓ ਕਿ ਸਾਡੇ ਕੋਲ ਇਸ ਟਾਈਮ ਨਹਿਰੂ ਗਾਰਡਨ ਦੇ ਜਿੰਨੇ ਯਾਨੀ ਕਿ ਘਰਾਂ ਦੀ ਸਪਲਾਈ ਇੱਥੋਂ ਜਾਂਦੀ ਆ, ਉਹ ਸਾਰੀ ਇਸ ਟਾਈਮ ਸਾਡੇ ਕੋਲੋਂ ਬੰਦ ਹੋ ਗਈ ਆ, ਠੀਕ ਹੈ ਜੀ। ਹੁਣ ਜਿੱਦਾਂ ਯਾਨੀ ਕਿ ਕਹ ਲਓ ਕਿ ਕੁਝ ਲੋਕੀ ਕੀ ਕਹਿੰਦੇ ਸਾਡੀ ਸਪਲਾਈ ਬੰਦ ਕਰ ਦਿੱਤੀ। ਹੁਣ ਜਿਹੜੇ ਯਾਨੀ ਕਿ ਕੁਝ ਏਰੀਆ ਬੰਦ ਸੀਗਾ ਉਹਨੂੰ ਵੀ ਚਾਲੂ ਕਰਨ ਲਈ ਸਾਨੂੰ ਯਾਨੀ ਕਿ ਕਹ ਲਓ ਕਿ ਇੱਥੋਂ ਬੰਦ ਕਰਨਾ ਪੈਂਦਾ ਆ। ਬੰਦ ਕਰਕੇ ਜਦੋਂ ਯਾਨੀ ਕਿ ਆਪਣੇ ਫੀਲਡ 'ਚ ਬੰਦੇ ਕੋਈ ਕੰਮ ਕਰਦੇ ਆ, ਉਹ ਕੰਮ ਕਰਕੇ ਫਿਰ ਸਾਨੂੰ ਮੈਸੇਜ ਦਿੰਦੇ ਆ, ਸਾਡੇ ਰਜਿਸਟਰ 'ਚ ਬਕਾਇਦਾ ਉਹਦੀ ਰਿਕਾਰਡਿੰਗ ਹੁੰਦੀ ਆ, ਠੀਕ ਹੈ ਜੀ। ਅਸੀਂ ਰਿਕਾਰਡ ਕਰਨ ਤੋਂ ਬਾਅਦ ਜਦੋਂ ਵੀ ਸਾਨੂੰ ਮੈਸੇਜ ਉਹ ਕਹਿੰਦੇ ਆ ਕਿ ਪਰਮਿਟ ਲੈਂਦੇ ਆ, ਪਰਮਿਟ ਕੈਂਸਲ ਕਰਨ ਤੋਂ ਬਾਅਦ ਅਸੀਂ ਇੱਥੋਂ ਚਲਾਉਂਦੇ ਆ, ਤੇ ਫਿਰ ਸਾਰੀ ਸਪਲਾਈ ਮੰਨ ਲਓ ਜੇ ਯਾਨੀ ਕਿ ਲਾਈਨ 'ਚ ਫਾਲਟ ਰਹਿੰਦਾ ਆ, ਫਿਰ ਵੀ ਯਾਨੀ ਕਿ ਕਈ ਵਾਰ ਆਪਣੇ ਇਦਾਂ ਦਾ ਹੋ ਜਾਂਦਾ ਕਿ ਲਾਈਨ 'ਚ ਫਾਲਟ ਨਹੀਂ ਕਲੀਅਰ ਹੋਇਆ ਹੁੰਦਾ, ਕਈ ਥਾਵਾਂ ਤੇ ਨਹੀਂ ਆਪਣੇ ਚੈੱਕ ਹੋ ਪਾਉਂਦਾ, ਤੇ ਉਹਦੇ ਕਰਕੇ ਇੱਥੋਂ ਫਿਰ ਟ੍ਰਿਪਿੰਗ ਹੋ ਜਾਂਦੀ ਆ। ਤੇ ਹੁਣ ਜਿੱਦਾਂ ਯਾਨੀ ਕਿ ਸਾਨੂੰ ਇਹਨਾਂ ਨੇ ਪਰਮਿਟ ਕੈਂਸਲ ਕਰਾ ਕੇ ਤੇ ਇਹਨਾਂ ਨੇ ਸਾਨੂੰ ਕਿਹਾ ਕਿ ਲਾਈਨ ਸਾਡੀ ਚਾਲੂ ਕਰ ਦਿਓ। ਅਸੀਂ ਹੁਣ ਲਾਈਨ ਚਾਲੂ ਕਰਨ ਲੱਗੇ ਆ ਇਹਨਾਂ ਦੀ, ਤੇ ਇੱਥੋਂ ਸਵਿਚ ਔਨ ਕਰਾਂਗੇ, ਤੇ ਦੇਖੋ ਹੁਣ ਦੇਖੋ ਲਾਈਨ 'ਚ ਫਾਲਟ ਸੀਗਾ ਕਿਤੇ ਨਾ ਕਿਤੇ, ਇਹ ਟ੍ਰਿਪਿੰਗ ਹੋ ਗਈ, ਹੋਲਡ ਨਹੀਂ ਹੋਇਆ ਮੈਸੇਜ। ਅਸੀਂ ਦੇਖੋ ਸਾਡੇ ਕੋਲ ਅਲਾਰਮ ਆ ਗਿਆ, ਤੇ ਇਹ ਸਾਡੇ ਕੋਲੋਂ ਅਲਾਰਮ ਆ ਗਿਆ, ਅਸੀਂ ਇੱਥੋਂ ਐਕਸੈਪਟ ਕੀਤਾ ਆ। ਹੁਣ ਇਹਨਾਂ ਦੇ ਦੇਖੋ ਹੁਣ ਇਹ ਦੇਖਣਗੇ ਦੁਬਾਰਾ ਫੀਲਡ 'ਚ ਜਾ ਕੇ ਇੱਕ ਵਾਰ ਫਿਰ ਚੈੱਕ ਕਰਨਗੇ, ਕੋਈ ਨਾ ਕੋਈ ਜਿੱਦਾਂ ਯਾਨੀ ਕਿ ਇਹਨਾਂ ਦਾ ਫਾਲਟ ਹੋਊਗਾ ਉਹਨੂੰ ਦੁਬਾਰਾ ਟਰੇਸ ਕਰਕੇ ਪ੍ਰੋਪਰ ਰਿਮੂਵ ਕਰਨਗੇ, ਤੇ ਜਿਹੜਾ ਯਾਨੀ ਕਿ ਏਰੀਆ ਦੁਬਾਰਾ ਜੋੜਿਆ ਸੀਗਾ ਉਹਨੂੰ ਕੱਟ ਕੇ ਬਾਕੀ ਏਰੀਆ ਸਾਡੇ ਵੱਲੋਂ ਚਲਾ ਦਿੱਤਾ ਜਾਊਗਾ, ਠੀਕ ਹੈ ਜੀ। ਉਹ ਹੁਣ ਅਸੀਂ ਮੈਸੇਜ ਲਵਾਂਗੇ ਇੱਥੋਂ। ਦੇਖੋ ਤੁਹਾਡੇ ਕੋਲ ਸਾਡੇ ਕੋਲ ਰਿਲੀਜ਼ ਲੱਗੀਆਂ ਆ, ਮੰਨ ਲਓ ਜਿੰਨੀਆਂ ਯਾਨੀ ਕਿ ਮੰਨ ਲਓ 3 ਫੇਸ ਜਾਂਦੇ ਆ, ਉਹਦੇ ਅਕੋਰਡਿੰਗਲੀ ਸਾਡੇ ਕੋਲ ਇੱਥੇ ਇੰਡੀਕੇਸ਼ਨ ਆ ਜਾਂਦੀ ਆ ਕਿ ਆਹ ਫੇਸ ਤੇ ਯਾਨੀ ਕਿ ਫਾਲਟ ਆਇਆ ਆ। ਉਹਦੇ ਅਕੋਰਡਿੰਗਲੀ ਅਸੀਂ ਇਹਨਾਂ ਨੂੰ ਦੇਖਦੇ ਹਾਂ, ਇਹਨਾਂ ਨੂੰ ਯਾਨੀ ਕਿ ਰਿਲੇ ਦੇ ਨਾਲ ਸਾਨੂੰ ਫਾਲਟ ਪਤਾ ਲੱਗ ਜਾਂਦਾ ਆ, ਤੇ ਇਹਨਾਂ ਨੂੰ ਵੀ ਟਰੇਸ ਕਰਨਾ ਸੌਖਾ ਹੋ ਜਾਂਦਾ ਆ। ਤੇ ਅਸੀਂ ਯਾਨੀ ਕਿ ਹੁਣ ਰਿਲੇ ਆ ਜਿਹੜੀ ਇਹ ਰੀਸੈਟ ਕਰਾਂਗੇ, ਠੀਕ ਹੈ ਜੀ। ਇਹ ਤੋਂ ਸਾਡੇ ਵੱਲੋਂ ਰੀਸੈਟ ਹੋ ਗਈ ਆ।
ਹੁਣ ਦੇਖੋ ਜੀ ਇਹਨਾਂ ਨੇ ਜਿੱਦਾਂ ਯਾਨੀ ਕਿ ਆਪਣੇ ਕਹ ਲਓ ਕਿ ਜਿਹੜਾ ਏਰੀਆ ਜੋੜਿਆ ਸੀਗਾ ਉਹ ਹੁਣ ਇਹਨਾਂ ਨੇ ਕੱਟ ਦਿੱਤਾ ਆ ਤੇ ਬਾਕੀ ਜਿਹੜਾ ਯਾਨੀ ਕਿ ਏਰੀਆ ਆ ਉਹਨੂੰ ਆਪਾਂ ਚਲਾ ਦੇਣਾ। ਇਹ ਫੇਰ ਇੱਕ ਵਾਰ ਦੁਬਾਰਾ ਦੇਖਣਗੇ ਏਰੀਆ ਨੂੰ ਚੰਗੀ ਤਰ੍ਹਾਂ ਚੈੱਕ ਕਰਨਗੇ। ਹੁਣ ਆਪਾਂ ਜਿਹੜੀ ਆ ਸਪਲਾਈ ਇੱਥੋਂ ਨਾਲ ਦੀ ਨਾਲ ਚਲਾ ਦੇਣੀ ਆ। ਮੈਂ ਉਧਰੋਂ ਬੋਲੀ ਲਿਆ ਰੀਸੈਟ ਕਰ ਅਲਾਰਮ ਰੀਸੈਟ ਹੋ ਗਈ ਆ। ਹਾਂ ਤੇ ਸਾਡੇ ਵੱਲੋਂ ਸਪਲਾਈ ਚਲਾ ਦਿੱਤੀ ਗਈ ਆ। ਬਾਕੀ ਏਰੀਆ ਜਿਹੜਾ ਆ ਯਾਨੀ ਕਿ ਜਿੱਥੇ ਫਾਲਟ ਹੈਗਾ ਉਹੀ ਬੰਦ ਆ, ਬਾਕੀ ਸਾਰੇ ਏਰੀਆ ਨੂੰ ਸਪਲਾਈ ਸਾਡੇ ਵੱਲੋਂ ਦਿੱਤੀ ਗਈ ਹੋਈ ਆ। ਤੁਸੀਂ ਇੱਕ ਕੁਐਸਚਨ ਕੀਤਾ ਸੀਗਾ ਓਵਰਲੋਡਿੰਗ ਜਿੱਦਾਂ ਯਾਨੀ ਕਿ ਕਹ ਲਓ ਕਿ ਫੀਲਡ 'ਚ ਕਿੱਦਾਂ ਹੁੰਦੀ ਆ। ਮੰਨ ਲਓ ਹੁਣ ਇਸ ਟਾਈਮ ਲੋਡ ਆ ਜਿੱਦਾਂ ਯਾਨੀ ਕਿ ਕਹ ਲਓ ਕਿ ਘਰਾਂ ਦਾ ਆ 200 ਐਂਪੀਅਰ ਤੱਕ ਆ, ਠੀਕ ਆ ਕਿ ਨਹੀਂ, ਉਹ ਸਾਡੇ ਕੋਲ ਚੱਲੀ ਜਾਂਦਾ ਆ। ਮੰਨ ਲਓ ਜਦੋਂ ਕਹ ਲਓ ਕਿ ਮੈਂ ਤੁਹਾਨੂੰ ਦੱਸਿਆ ਸੀ ਨਾ ਇਹਦੀ ਆਪਣੀ ਜਿਹੜੀ ਫੀਡਿੰਗ ਹੈਗੀ 300 ਐਂਪੀਅਰ ਤੱਕ ਆ ਤੇ ਜਦੋਂ ਯਾਨੀ ਕਿ ਕਿੱਥੋਂ ਯਾਨੀ ਕਿ ਕਹ ਲਓ ਆ ਦੇਖੋ ਆਪਣੇ ਕੰਟੀਨਿਊ ਮੈਂ ਤੁਹਾਨੂੰ ਦਿਖਾਉਣਾ ਅਰਲੀ ਤੇ ਆਪਣੇ ਇਸ ਟਾਈਮ ਆਪਣੇ 103 ਐਂਪੀਅਰ ਚੱਲ ਰਿਹਾ ਆ ਹਨਾ, ਕੰਟੀਨਿਊ ਚੱਲ ਰਹੀ ਹੈ, ਸਪਲਾਈ ਆ ਰਹੀ ਆ। ਤੇ ਜਦੋਂ ਸਪਲਾਈ ਇਹਦੀ ਕੰਟੀਨਿਊ ਆ ਰਹੀ ਹੈ, ਜਦੋਂ ਇੱਥੇ ਯਾਨੀ ਕਿ ਕਹ ਲਓ ਕਿ 300 ਹੋ ਗਿਆ ਤੇ ਇਹਨੇ ਆਟੋਮੈਟਿਕ ਯਾਨੀ ਕਿ ਰਿਲੇ ਦੀ ਆਪਣੀ ਫੀਡਿੰਗ ਹੁੰਦੀ ਆ, ਇਹਨੇ ਸਿਸਟਮ ਨੂੰ ਸਾਡੇ ਨੂੰ ਟ੍ਰਿਪ ਕਰ ਜਾਣਾ। ਬੀਪ ਇਹਨੇ ਇੱਥੇ ਬੀਪ ਆ ਜਾਂਦੀ ਆ ਆ ਜਿੱਦਾਂ ਯਾਨੀ ਕਿ ਕਹ ਲਓ ਕਿ ਸਕਰੀਨ ਤੇ ਬੀਪ ਆ ਜਾਂਦੀ ਆ ਇਹਨਾਂ ਤੇ, ਠੀਕ ਆ ਜੀ ਕਿ ਯਾਨੀ ਕਿ ਕਹ ਲਓ ਕਿ ਇਹਦੇ ਤੁਹਾਡਾ ਜਿਹੜਾ ਸਿਸਟਮ ਆ ਓਵਰਲੋਡ ਹੋ ਗਿਆ ਆ, ਠੀਕ ਆ ਜੀ। ਉਹਨੇ ਆਟੋਮੈਟਿਕ ਜਿੱਦਾਂ ਯਾਨੀ ਕਿ ਇੱਕ ਲਿਮਟ ਹੁੰਦੀ ਆ, ਜਿੱਦਾਂ ਯਾਨੀ ਕਿ ਕਹ ਲਓ ਕਿ ਥੋੜਾ 10 ਕੰਪੇਅਰ ਦਾ ਪਹਿਲਾਂ ਇੱਕ ਇਹਨਾਂ ਨੇ ਦਿੱਤੀ ਹੁੰਦੀ ਆ ਸੈਟਿੰਗ ਯਾਨੀ ਕਿ ਪਾਈ ਹੁੰਦੀ ਆ 10 ਕੰਪੇਅਰ ਪਹਿਲਾਂ ਦੀ, ਠੀਕ ਹੈ ਕਿ ਨਹੀਂ, ਉਹਦੇ ਅਕੋਰਡਿੰਗਲੀ ਸਾਨੂੰ ਬੀਪ ਆ ਜਾਂਦੀ। ਅਸੀਂ ਯਾਨੀ ਕਿ ਕਹ ਲਓ ਕਿ ਫੀਲਡ 'ਚ ਆਪਣੇ ਜਿਹੜੇ ਜਈ ਹੁੰਦੇ ਉਹਨਾਂ ਨੂੰ ਮੈਸੇਜ ਦਿੰਦੇ ਆ ਤੇ ਉਹ ਜਦੋਂ ਅਸੀਂ ਮੈਸੇਜ ਦਿੰਦੇ ਆ ਕਿ ਤੁਹਾਡਾ ਜਿਹੜਾ ਸਿਸਟਮ ਆ ਇਸ ਟਾਈਮ ਜਿਹੜੀ ਤੁਹਾਡਾ ਫੀਡਰ ਆ ਉਹ ਓਵਰਲੋਡ ਹੋ ਰਿਹਾ ਆ, ਉਹ ਫਿਰ ਆਪਣੇ ਯਾਨੀ ਕਿ ਦੇਖਦੇ ਆ ਉਹਨੂੰ ਫਿਰ ਮੈਨੇਜ ਕਰਦੇ ਆ ਕਿਸੇ ਹੋਰ ਸਟੇਸ਼ਨ ਤੋਂ ਯਾਨੀ ਕਿ ਚਲਾ ਕੇ ਸਪਲਾਈ ਕੰਟੀਨਿਊ ਕਰ ਦਿੰਦੇ ਆ। ਇੱਕ ਜਿਹੜੀਆਂ ਤੁਸੀਂ ਅੰਮ੍ਰਿਤਸਰ ਦਿਖਾਈਆਂ ਨੇ ਲਾਈਵਸ, ਹਾਂਜੀ, ਸਾਰਿਆਂ ਤੇ ਬੀਪ ਵੱਜਦੀ ਹੈ ਜਾਂ ਕਿਸੇ ਨਹੀਂ ਪਾਰਟਿਕੂਲਰ? ਨਹੀਂ ਇਹ ਜਿੱਦਾਂ ਯਾਨੀ ਕਿ ਕਹ ਲਓ ਕਿ ਇਹਦੇ ਆ ਜਿਹੜੀ ਸਕਰੀਨ ਆ ਨਾ ਇਹਦੇ ਵਿੱਚ ਫਲੈਸ਼ ਹੋਣ ਲੱਗ ਪੈਂਦਾ ਆ, ਠੀਕ ਹੈ ਜੀ। ਇਹਦੇ ਵਿੱਚ ਯਾਨੀ ਕਿ ਕਹ ਲਓ ਕਿ ਇਹਦੀ ਆ ਜਾਂਦੀ ਆ ਇੰਡੀਕੇਸ਼ਨ ਆ ਜਾਂਦੀ ਆ, ਫਲੈਸ਼ ਹੋ ਜਾਂਦਾ ਆ ਤੇ ਜਦੋਂ ਯਾਨੀ ਕਿ ਕਹ ਲਓ ਕਿ ਸਿਸਟਮ ਓਵਰਲੋਡ ਹੋ ਜਾਂਦਾ ਤੇ ਇਹਨੇ ਟ੍ਰਿਪ ਕਰ ਜਾਣਾ, ਠੀਕ ਹੈ ਜੀ। ਸੋ ਜਿਹੜਾ ਹੈ ਕਿ ਇੱਥੋਂ ਦੇ ਜਿਹੜੇ ਜੇਈ ਨੇ ਪਰਮਜੀਤ ਸਿੰਘ, ਉਹਨਾਂ ਨੇ ਸਾਨੂੰ ਬਹੁਤ ਖੂਬੀ ਜਾਣੂ ਕਰਵਾਇਆ ਹੈ ਕਿ ਕਿਸ ਤਰ੍ਹਾਂ ਜਦੋਂ ਓਵਰਲੋਡ ਵੱਧਦਾ ਹੈ ਤਾਂ ਇੱਥੇ ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ। ਇੱਥੇ ਜਿਹੜੀ ਇਹਨਾਂ ਦੀ ਜਿਹੜੀ ਮੋਨੀਟਰ ਹੈਗਾ ਉਸ ਦੇ ਉੱਪਰ ਕਿਸ ਤਰ੍ਹਾਂ ਬੀਪ ਵੱਜਦੀ ਹੈ, ਤੋਂ ਇੱਥੇ ਦੇ ਕਿਸ ਤਰ੍ਹਾਂ ਇਹ ਸਬ ਸਟੇਸ਼ਨ ਕੰਮ ਕਰਦਾ ਹੈ, ਸੋ ਇਸ ਬਾਰੇ ਜਿਹੜੇ ਕਿ ਪੂਰੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ। ਸੋ ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ, ਲੋਕਾਂ ਨੂੰ ਵੀ ਜਿਹੜਾ ਹੈ ਕਿ ਆਪਣੀ ਜਿਹੜੀ ਨੈਤਿਕ ਜ਼ਿੰਮੇਵਾਰੀ ਹੈ ਉਸ ਨੂੰ ਵੀ ਸਮਝਣ ਦੀ ਲੋੜ ਹੈ। ਜੇਕਰ ਆਪਣੇ ਘਰ ਦੇ ਵਿੱਚ ਇੱਕ ਲੋਡ ਵਧਾਉਂਦੇ ਨੇ, ਜੇ ਇੱਕ ਏਸੀ ਦੀ ਜਗ੍ਹਾ ਜੇ ਦੂਸਰਾ ਏਸੀ ਵੀ ਘਰੇ ਲਿਆਉਂਦੇ ਨੇ ਤੇ ਜਿਹੜਾ ਹੈ ਕਿ ਪਾਵਰਕਾਮ ਨੂੰ ਜਿਹੜਾ ਹੈ ਕਿ ਇਤਲਾਹ ਕਰਨੀ ਲਾਜ਼ਮੀ ਹੈ। ਇਸ ਚੀਜ਼ ਨੂੰ ਉਹਨਾਂ ਨੂੰ ਵੀ ਸਮਝਣਾ ਚਾਹੀਦਾ ਕਿ ਤਾਂ ਕਿ ਜਿਹੜਾ ਹੈ ਕਿ ਇਹ ਪਾਵਰਕਾਮ ਦੀਆਂ ਜਿਹੜੀਆਂ ਤਾਰਾਂ ਦੇ ਜ਼ਰੀਏ ਜਿਹੜਾ ਹੈ ਕਿ ਇਹਨਾਂ ਗ੍ਰਿਡਾਂ ਦੇ ਉੱਤੇ ਜਿਹੜਾ ਹੈ ਕਿ ਲੋਡ ਨਾ ਪਵੇ ਔਰ ਇਹ ਜਿਹੜਾ ਹੈ ਕਿ ਪਾਵਰ ਕੱਟ ਦੀ ਜਿਹੜੀ ਪਾਵਰ ਕੱਟ ਜਿਸ ਕਾਰਨ ਲੱਗਦੇ ਨੇ ਉਹ ਘਟ ਸਕਣ। ਔਰ ਜਿਵੇਂ ਕਿ ਪਾਵਰਕਾਮ ਦੇ ਚੀਫ ਇੰਜੀਨੀਅਰ ਜੈਨੇਂਦਰ ਦਾਨੀਆ ਦੱਸਿਆ ਸੀ ਕਿ ਹਰ ਸਾਲ ਜਿਹੜਾ ਹੈ ਕਿ 1.5 ਤੋਂ 2 ਗੁਣਾ ਜਿਹੜਾ ਹੈ ਕਿ ਓਵਰਲੋਡ ਜਿਹੜਾ ਹੈ ਕਿ ਵੱਧ ਰਿਹਾ ਹੈ। ਲੋਕ ਜਿਹੜੇ ਹੈ ਕਿ ਇਸ ਚੀਜ਼ ਨੂੰ ਸਮਝ ਨਹੀਂ ਰਹੇ, ਘਰ ਦੇ ਵਿੱਚ ਇਹ ਲੋਡ ਵਧਾਉਂਦੇ ਨੇ ਤੇ ਉਸ ਦੀ ਜਾਣਕਾਰੀ ਜਿਹੜੀ ਹੈ ਕਿ ਪਾਵਰਕਾਮ ਨੂੰ ਨਹੀਂ ਦਿੰਦੇ, ਜਿਸ ਕਾਰਨ ਜਿਹੜਾ ਹੈ ਕਿ ਪਾਵਰ ਕੱਟਾਂ ਦੇ ਨਾਲ ਜਿਹੜਾ ਹੈ ਕਿ ਸਾਨੂੰ ਸਾਰਿਆਂ ਨੂੰ ਜੂਝਣਾ ਪੈਂਦਾ ਹੈ। ਚਿਰਾਗ ਸ਼ਰਮਾ, ਅਜੀਤ ਵੈਬ ਟੀਵੀ, ਜਲੰਧਰ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।